ਸਤਿ ਸ਼੍ਰੀ ਅਕਾਲ। ਲੋਕਰਾਣਾ ਚੈਨਲ ਪੰਜਾਬੀ ਦੇ ਖਾਸ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਤੁਹਾਡਾ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਅਹਿਮ ਸ਼ਖਸੀਅਤ ਪ੍ਰੋਫੈਸਰ ਰਾਣਾ ਸਿੰਘ ਧਾਲੀਵਾਲ ਨੇ। ਧਾਲੀਵਾਲ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ। ਮਿਹਰਬਾਨੀ ਜੀ, ਤੁਹਾਡੇ ਰਾਹੀਂ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਧਾਲੀਵਾਲ ਸਾਹਿਬ, ਸਦੀ ਦਾ ਸਭ ਤੋਂ ਵੱਡਾ ਅੰਦੋਲਨ ਹੈ ਕਿਸਾਨ ਅੰਦੋਲਨ। ਹਾਲਾਂਕਿ ਬੁੱਧੀਜੀਵੀ ਤਾਂ ਕਹਿੰਦੇ ਨੇ ਕਿ ਵੀ ਇਤਿਹਾਸ ਦਾ ਹੀ ਸਭ ਤੋਂ ਵੱਡਾ ਅੰਦੋਲਨ ਹੈ, ਜਿਹਨੂੰ ਸਾਰੇ ਭਾਈਚਾਰਿਆਂ ਨੂੰ ਇੱਕ ਕਰਕੇ ਇੱਕ ਦੇਸ਼ ਨੂੰ ਨਿਵੇਕਲੇ ਮੋੜ 'ਤੇ ਲੈ ਕੇ ਆਉਂਦਾ। ਸਿਆਸਤਾਂ ਸੋਚਦੀਆਂ ਨੇ ਕਿ ਕਿਵੇਂ ਨਾ ਕਿਵੇਂ ਅੰਦੋਲਨ 'ਚ ਕੁੱਦਿਆ ਜਾਏ, ਅੰਦੋਲਨ ਨੂੰ ਕੈਸ਼ ਕਰਕੇ ਇਹਦਾ ਰਾਜਨੀਤਿਕ ਫਾਇਦਾ ਜ਼ਰੂਰ ਚੁੱਕਿਆ ਜਾਵੇ। ਲਗਾਤਾਰ ਸਿਆਸੀ ਪਾਰਟੀਆਂ ਦਾ ਭਾਵੇਂ ਬਾਈਕਾਟ ਤਾਂ ਰਿਹਾ, ਪਰ ਉਸ ਦੇ ਬਾਅਦ ਵੀ ਲਗਾਤਾਰ ਪਾਰਟੀਆਂ ਪਹੁੰਚਦੀ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਇਹਨਾਂ ਦੀ ਆਪੋ ਆਪਣੀ ਅਪਰੋਚ ਰਹੀ ਹੈ ਕਿਸਾਨੀ ਅੰਦੋਲਨ ਲੈ ਕੇ। ਅਤੇ ਹੁਣ ਦੇਖੋ, ਦੀਵਾਲੀ ਲੰਘ ਕੇ ਗਈ ਹੈ, ਸਿੰਘੂ ਬਾਰਡਰ, ਟਿੱਕਰੀ ਬਾਰਡਰ, ਗਾਜ਼ੀਪੁਰ ਬਾਰਡਰ, ਉੱਥੋਂ ਦੇ ਹਾਲਾਤ ਸਾਡੇ ਸਾਹਮਣੇ ਨੇ। ਕਿਸਾਨਾਂ ਦੀ ਦੂਜੀ ਦੀਵਾਲੀ ਹੈ ਜੋ ਸੜਕਾਂ 'ਤੇ ਬੀਤੀ ਹੈ। ਲਗਾਤਾਰ ਕਿਸਾਨ ਸੰਘਰਸ਼ ਕਰ ਰਹੇ ਨੇ ਆਪਣੇ ਹੱਕਾਂ ਨੂੰ ਲੈ ਕੇ। ਪਰ ਰਾਜਨੀਤਿਕ ਤੌਰ 'ਤੇ ਜੇਕਰ ਧਾਲੀਵਾਲ ਸਾਹਿਬ ਕਿਸਾਨੀ ਅੰਦੋਲਨ ਨੂੰ ਦੇਖੀਏ, ਅੱਜ ਆਪਾਂ ਗੱਲ ਕਰੀਏ ਪੰਜਾਬ ਨਾਲ ਜੋੜ ਕੇ, ਦੇਖੋ ਬੀਜੇਪੀ ਸਰਕਾਰ ਦੀ ਸਥਿਤੀ ਤਾਂ ਆਪਣੇ ਸਾਹਮਣੇ ਹੈ। ਬੀਜੇਪੀ ਸਰਕਾਰ ਦੇ ਨਾਲ ਕੀ ਬਣਦੀ ਹੈ ਜੀ ਕਿਸਾਨੀ ਅੰਦੋਲਨ ਕਰਕੇ। ਜੇਕਰ ਪੰਜਾਬ ਨਾਲ ਜੋੜ ਕੇ ਆਪਾਂ ਕਿਸਾਨੀ ਅੰਦੋਲਨ ਨੂੰ ਗੱਲ ਕਰੀਏ, 22 ਦੇ ਵਿੱਚ ਕਿੱਥੋਂ ਤੱਕ ਪ੍ਰਭਾਵ ਪਾਊਗਾ ਕਿਸਾਨੀ ਅੰਦੋਲਨ। ਬੇਸ਼ੱਕ ਕਿਸਾਨ ਆਗੂ ਇਹ ਕਹਿ ਚੁੱਕੇ ਨੇ ਕਿ ਅਸੀਂ ਚੋਣਾਂ ਨਹੀਂ ਲੜਦੇ, ਅਸੀਂ ਚੋਣਾਂ ਲੜਨ ਨਹੀਂ ਆਏ। ਦੂਜੇ ਪਾਸੇ ਗੁਰਨਾਮ ਸਿੰਘ ਚਨੂਨੀ ਉਹ ਮਿਸ਼ਨ ਪੰਜਾਬ 2022 ਲੈ ਕੇ ਚੱਲ ਰਹੇ ਨੇ, ਕਿਸਾਨ ਆਗੂ ਮਿਸ਼ਨ ਯੂਪੀ 2022 ਲੈ ਕੇ ਚੱਲ ਰਹੇ ਨੇ। ਪੰਜਾਬ ਦੀ ਸਿਆਸਤ ਦੇ ਵਿੱਚ ਕੀ ਅਹਿਮ ਰੋਲ ਰਹੂਗਾ ਕਿਸਾਨੀ ਅੰਦੋਲਨ ਦਾ, ਜਾਂ ਫਿਰ ਸਿਆਸਤਾਂ ਉੱਦਾਂ ਹੀ ਤੁਰਨਗੀਆਂ ਜਿਵੇਂ ਤੁਰਦੀਆਂ ਆਈਆਂ ਨੇ? ਦੇਖੋ ਭੰਗੂ ਸਾਹਿਬ, ਇਹ ਵਿਸ਼ਾ ਇੰਨਾ ਸਿੱਧਾ ਨਹੀਂ ਹੈ ਕਿ ਤੇ ਆਪਾਂ ਇੱਕਦਮ ਕਿਸੇ ਸਿੱਟੇ 'ਤੇ ਪਹੁੰਚ ਜਾਈਏ ਜੀ। ਮੇਰੀ ਪਰਸਨਲ ਰਾਏ ਇਹ ਹੈ ਕਿ ਇਸ ਅੰਦੋਲਨ ਦਾ ਵਿਸ਼ਲੇਸ਼ਣ ਕਰਨ ਲਈ ਰਾਜਨੀਤਿਕ ਤੌਰ 'ਤੇ ਇਹਦੇ ਪ੍ਰਭਾਵ ਜਾਂ ਰਾਜਨੀਤੀ 'ਤੇ ਇਹਦੇ ਪ੍ਰਭਾਵ, ਮੈਨੂੰ ਲੱਗਦਾ ਵੀ ਇਹਦੇ ਵਿੱਚ 3-4 ਪਹਿਲੂ ਜਿਹੜੇ ਉਹ ਵਿਸ਼ੇਸ਼ ਨੇ। ਪਹਿਲਾ ਕਿ ਇਸ ਦਾ ਸਿੱਧਾ ਰਾਜਨੀਤੀ 'ਤੇ ਕੀ ਪ੍ਰਭਾਵ ਪਏਗਾ। ਕੀ ਪ੍ਰਭਾਵ ਤੋਂ ਅਸੀਂ ਇੱਥੇ ਇਹ ਲੈਂਦੇ ਹਾਂ ਕਿ ਜਿਹੜਾ ਵੋਟਾਂ ਦੀ ਬਹੁ ਗਿਣਤੀ ਹੈ ਉਹ ਕਿੱਧਰ ਨੂੰ ਬੈਠ ਸਕਦੀ ਹੈ, ਕੌਣ ਪਾਰਟੀ ਜ਼ਿਆਦਾ ਸੀਟਾਂ ਜਿੱਤ ਸਕਦੀ ਹੈ ਜੀ, ਇੱਕ ਪਹਿਲੂ। ਦੂਜਾ ਪਹਿਲੂ, ਵੱਖ-ਵੱਖ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਕਿਸਾਨ ਅੰਦੋਲਨ 'ਚ ਕਿਸਾਨਾਂ ਦੀ ਸਪੋਰਟ 'ਤੇ ਕਿੰਨਾ ਉਤਰੀਆਂ ਤੇ ਆਪਦਾ ਮਫਾਦ, ਪਾਰਟੀ ਦਾ ਪੱਖ ਲੈ ਕੇ ਪਾਰਟੀ ਨੂੰ ਫਾਇਦਾ ਲੈਣ ਲਈ ਕਿੰਨਾ ਉਤਰੀਆਂ, ਇਹਦਾ ਵੀ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਤੀਸਰਾ ਇਹਦਾ ਵਿਸ਼ਲੇਸ਼ਣ ਹੈ ਜਿਹੜਾ ਉਹ ਬੜਾ ਕਮਾਲ ਦਾ ਹੈ, ਜਿਹੜਾ ਕਿਤੇ ਕਿਤੇ ਅਸੀਂ ਸਕਿਪ ਕਰ ਜਾਂਦੇ ਹਾਂ ਗਲਤੀ ਨਾਲ। ਉਹ ਇਹ ਹੈ ਕਿ ਕਿਸਾਨੀ ਅੰਦੋਲਨ ਹੈ ਜਿਹੜਾ ਉਹ ਹਰ ਇੱਕ ਚੋਣ ਜਿਹੜੀ ਹੈ ਨਾ ਉਹ ਮੁੱਦੇ 'ਤੇ ਲੜੀ ਜਾਂਦੀ ਹੈ ਜੀ, ਕਿ ਕਿਸਾਨੀ ਅੰਦੋਲਨ ਕਿਸਾਨਾਂ ਦਾ ਮੁੱਦਾ ਖੜਾ ਕਰਨ 'ਚ ਕਾਮਯਾਬ ਰਹੇਗਾ ਜਾਂ ਨਹੀਂ। ਔਰ ਜੇ ਕਿਸਾਨਾਂ ਦਾ ਮੁੱਦਾ ਖੜਾ ਹੁੰਦਾ, ਪਹਿਲੀ ਵਾਰ ਅੱਜ ਤੱਕ ਚੋਣਾਂ 'ਚ ਕਦੇ ਮਹਿੰਗਾਈ, ਕਦੇ ਬੇਰੁਜ਼ਗਾਰੀ, ਕਦੇ ਕਰਪਸ਼ਨ, ਇੱਦਾਂ ਦੇ ਮੁੱਦੇ ਖੜੇ ਹੋਏ ਨੇ, ਪਰ ਕਿਸਾਨਾਂ, ਮਜ਼ਦੂਰਾਂ ਦਾ, ਛੋਟੇ ਵਪਾਰੀਆਂ ਦਾ ਮੁੱਦਾ ਇਸ ਤਰ੍ਹਾਂ ਨਹੀਂ ਖੜਾ ਹੋਇਆ ਜਿਸ ਤਰ੍ਹਾਂ ਇਸ ਵਾਰ ਲੱਗ ਰਿਹਾ ਹੈ। ਸੋ ਇਹ ਆਪਦੇ ਆਪ 'ਚ ਇੱਕ ਨਿਵੇਕਲਾ ਕਾਰਨ ਹੋਏਗਾ। ਇਸ ਤੋਂ ਬਿਨਾਂ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਕੀ ਕਿਸਾਨ ਸਿੱਧੇ ਰਾਜਨੀਤੀ 'ਚ ਆਉਣਗੇ, ਨਹੀਂ ਆਉਣਗੇ, ਕਿਉਂਕਿ ਪੂਰੀ ਕਿਸਾਨੀ ਲੀਡਰਸ਼ਿਪ ਦਾ ਬਹੁਤ ਕੋਈ ਸਾਫ਼ ਵਿਊ ਨਹੀਂ ਹੈ। ਕਿਉਂਕਿ ਜਿਹੜੀਆਂ ਇਹ ਕਿਸਾਨੀ ਲੀਡਰਸ਼ਿਪ ਦੇ ਵੱਖ-ਵੱਖ ਆਪਾਂ ਜੇ ਕਹੀਏ ਜਥੇਬੰਦੀਆਂ ਨੇ, ਉਹ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਵੀ ਜੁੜੀਆਂ ਹੋਈਆਂ ਨੇ, ਅਤੇ ਬਹੁਤ ਸਾਰੀਆਂ ਇੱਦਾਂ ਦੀਆਂ ਵੀ ਨੇ ਜਿਹੜੀਆਂ ਪਹਿਲਾਂ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਜੁੜੀਆਂ ਹੋਈਆਂ, ਬਿਲਕੁਲ, ਪਰੰਤੂ ਇੱਥੇ ਆ ਕੇ ਉਹ ਏਕਤਾ ਨਾਲ ਚੱਲ ਰਹੀਆਂ ਨੇ। ਇੱਥੇ ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਚੋਣਾਂ ਹੋਣਗੀਆਂ, ਮੰਨ ਲਓ CPI ਹੈ, CPM ਹੈ, ਉਹਨਾਂ ਦੀਆਂ ਕਈ ਸਾਰੇ ਧਿਰਾਂ ਅੰਦੋਲਨ 'ਚ ਸ਼ਾਮਲ ਨੇ, ਬਿਲਕੁਲ ਸ਼ਾਮਲ, ਕੀ ਉਹ ਬੈਕ ਹੋ ਕੇ ਆਪੋ ਆਪਣੀ ਪਾਰਟੀ ਦੇ ਪੱਖ ਚਲੀਆਂ ਜਾਣਗੀਆਂ ਜਾਂ ਨਹੀਂ। ਸੋ ਇਹ ਜਿਹੜੇ 4 ਪਹਿਲੂ ਮੈਨੂੰ ਲੱਗ ਰਿਹਾ, ਜੇ ਆਪਾਂ ਵਿਸ਼ਲੇਸ਼ਣ ਕਰਨਾ ਹੈ, ਇਹਨਾਂ 'ਤੇ ਧਿਆਨ ਦੇਣਾ ਪਏਗਾ। ਜਿੱਥੋਂ ਤੱਕ ਤਾਂ ਹੈ ਵੋਟਾਂ ਦੀ ਗੱਲ, ਵੋਟਾਂ ਦੀ ਗੱਲ ਇਹ ਹੈ ਕਿ ਕਿਸਾਨੀ ਅੰਦੋਲਨ ਨੇ, ਉਹਨਾਂ ਦੀ ਲੀਡਰਸ਼ਿਪ ਨੇ ਇੱਕ ਗੱਲ ਬਿਲਕੁਲ ਸਾਫ਼ ਕਰ ਦਿੱਤੀ ਹੈ ਕਿ ਉਹਨਾਂ ਵੱਲੋਂ ਇਹ ਨਾਰਾ ਤਾਂ ਦਿੱਤਾ ਗਿਆ ਹੈ ਔਰ ਦਿੱਤਾ ਜਾਵੇਗਾ। ਔਰ ਮੈਨੂੰ ਲੱਗਦਾ ਵੀ ਜੇ ਕਿਸੇ ਹੱਦ ਤੱਕ
ਬੀਜੇਪੀ ਅੰਦੋਲਨ ਦੇ ਵਿੱਚ ਕਾਮਯਾਬ ਹੋਵੇ ਇਹਨੂੰ ਸਹਿਮਤੀ ਨਾਲ ਨਿਪਟਾਉਣ 'ਚ, ਕਿਸਾਨਾਂ ਦੀਆਂ ਮੰਗਾਂ ਮੰਨਣ 'ਚ, ਉਹਦੇ ਬਾਵਜੂਦ ਵੀ ਬੀਜੇਪੀ ਨੇ ਲੋਕਾਂ ਨੂੰ ਇੰਨਾ ਤੰਗ ਕੀਤਾ ਹੈ। ਆਮ ਕਿਸਾਨ ਜਿਹੜਾ ਆਪ ਮੁਹਾਰੇ ਗਿਆ ਉਹਨੇ ਬੀਜੇਪੀ ਤੋਂ ਵਾਪਸ ਆਪਦਾ ਮੁੱਖ ਮੋੜ ਲਿਆ ਹੈ। ਔਰ ਉਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਨੂੰ ਸਿਆਸੀ ਤੌਰ ਤੇ ਜਿਹੜੀ ਵੋਟਾਂ ਦੀ ਮਾਰ ਹੈ ਉਹ ਪੈਣੀ ਹੈ। ਔਰ ਜਿਹਦੇ ਬਾਰੇ ਵੱਡੇ ਕਿਸਾਨ ਨੇਤਾ ਟਕੈਤ ਸਾਹਿਬ ਬਾਰ-ਬਾਰ ਕਹਿੰਦੇ ਨੇ कि इनको दवाई पिलाई जाएगी, इनकी दवाई तैयार है, जब भी मौका आएगा इनको दवाई दी जाएगी। सो दवाई है वो वोटां दी, ਉਹਨਾਂ ਦਾ ਕਹਿਣ ਤੋਂ ਭਾਵ ਇਹੀ ਹੈ ਕਿ ਅਸੀਂ ਵੋਟ ਦੀ ਦਵਾਈ ਤਿਆਰ ਕਰ ਲਈ ਹੈ। ਵੋਟ ਦੀ ਚੋਟ ਅਸੀਂ ਇੰਨੀ ਮਾਰਾਂਗੇ ਕਿ ਜਿਹਦੇ ਨਾਲ ਬੀਜੇਪੀ ਤੜਫੜਾਏਗੀ ਔਰ ਬੀਜੇਪੀ ਜਿੱਤ ਦੇ ਨੇੜੇ ਤੇੜੇ ਨਹੀਂ ਜਾਏਗੀ। ਜੇਕਰ ਆਪਾਂ ਦੂਸਰਾ ਪਹਿਲੂ ਲਈਏ, ਫਿਰ ਆਪਾਂ ਇਹਦੇ ਟੋਟਲ ਵੋਟਾਂ ਦਾ ਦੇਖਦੇ ਹਾਂ। ਦੂਸਰਾ ਪਹਿਲੂ ਲਈਏ ਕਿ ਵਿਸ਼ੇਸ਼ ਕਰਕੇ ਪੰਜਾਬ ਦੀਆਂ ਜਾਂ ਹਿੰਦੁਸਤਾਨ ਦੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਸੀ, ਪਹਿਲੇ ਸਮੇਂ ਦੇ ਵਿੱਚ ਜਦੋਂ ਅੰਦੋਲਨ ਸ਼ੁਰੂ ਹੋਇਆ, ਅੰਦੋਲਨ ਨੇ ਜ਼ੋਰ ਪਕੜ ਲਿਆ। ਮੈਨੂੰ ਇਹ ਲੱਗਦਾ ਵੀ ਕਿਸਾਨੀ ਲੀਡਰਸ਼ਿਪ ਨੇ ਬੜੀ ਸਿਆਣਪ ਕੀਤੀ। ਸ਼ਾਇਦ ਉਹਨਾਂ ਨੂੰ ਇਹ ਲੱਗਿਆ ਕਿ ਕੋਈ ਪੋਲੀਟੀਕਲ ਪਾਰਟੀ ਸਾਡਾ ਅੰਦੋਲਨ ਹਾਈਜੈਕ ਨਾ ਕਰ ਲੇ। ਉਸ ਤੋਂ ਬਾਅਦ ਇਹ ਅੰਦੋਲਨ ਇੱਦਾਂ ਨਾ ਲੱਗਣ ਲੱਗ ਜੇ ਉਹਦੇ ਵਿੱਚ ਇੱਕੋ ਪਾਰਟੀ ਦੇ ਝੰਡੇ ਦਿਖਾਈ ਦੇਣ ਲੱਗੇ ਜਾਂ ਉਹ ਮੈਨੇਜ ਹੋ ਗਿਆ ਤਾਂ ਉਹਦੇ ਵਿੱਚ ਇਹ ਨਾ ਲੱਗੇ ਕਿ ਇਸ ਅੰਦੋਲਨ 'ਚ ਬਹੁ ਗਿਣਤੀ ਕਿਸੇ ਇੱਕ ਰਾਜਨੀਤਿਕ ਪਾਰਟੀ ਦੇ ਕਾਰਕੁਨ ਨੇ ਜਿਹੜੇ ਉਹ ਆਉਂਦੇ ਨੇ, ਇਸ ਕਰਕੇ ਉਹਨਾਂ ਨਾਲ ਹੀ ਗੱਲ ਕਰੀ ਜਾਵੇ, ਬਾਕੀ ਛੋਟੇ ਮੋਟੇ ਗੱਲਾਂ ਇੱਦਾਂ ਨੇ। ਇਸ ਦੇ ਵਿੱਚ ਜੇ ਮੈਂ ਇਹ ਕਹਾਂ ਇਹ 'ਚ ਬਿਲਕੁਲ ਕਿਤੇ ਸ਼ੰਕਾ ਨਹੀਂ ਕਿ ਬਹੁਤ ਹੀ ਸਫਲਤਾਪੂਰਵਕ ਇਹ ਇਮੇਜ ਕਿਸਾਨੀ ਲੀਡਰਸ਼ਿਪ ਨੇ ਦਿਖਾਇਆ ਕਿ ਨਾ ਹੀ ਅਸੀਂ ਕਿਸੇ ਪੋਲੀਟੀਕਲ ਪਾਰਟੀ ਦੇ ਕਹਿਣ ਤੇ ਹਾਂ, ਨਾ ਹੀ ਅਸੀਂ ਕਿਸੇ ਦੇ ਸੁਝਾਅ ਤੇ ਹਾਂ, ਨਾ ਹੀ ਅਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਆਪਣੇ ਮੰਚ ਤੇ ਆਉਣ ਦੇਵਾਂਗੇ, ਤੇ ਨਾ ਹੀ ਕੋਈ ਪੋਲੀਟੀਕਲ ਪਾਰਟੀ ਜੇ ਉਹ ਕਹਿੰਦੀ ਹੈ ਕਿ ਸਾਡੇ ਵਰਕਰ ਜਾਂਦੇ ਨੇ ਉੱਥੇ ਅਸੀਂ ਉਹਨਾਂ ਦਾ ਝੰਡਾ ਲੈ ਕੇ ਉਹ ਨਾ ਆਉਣ। ਔਰ ਇਸ ਗੱਲ ਨੂੰ ਉਹਨਾਂ ਨੇ ਪੂਰੀ ਤਨਦੇਹੀ ਨਾਲ, ਇਮਾਨਦਾਰੀ ਨਾਲ ਲਾਗੂ ਕੀਤਾ ਔਰ ਲਾਗੂ ਹੋਇਆ। ਸੋ ਇਸ ਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਇੱਕ ਪੈਂਤੜਾ ਲੈ ਗਈਆਂ ਪਹਿਲੇ ਲੈਵਲ ਤੇ। ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਅੰਦੋਲਨ ਐਡਾ ਵੱਡਾ ਹੋਏਗਾ। ਸਿਰਫ CPI CPM ਉਹਨਾਂ ਦੀਆਂ ਜਿਹੜੀਆਂ ਵੱਖਰੀਆਂ ਜਥੇਬੰਦੀਆਂ ਜਿਹੜੀਆਂ ਕਿਸਾਨੀ ਵਿੰਗ ਦੇ ਕਰਤਾ ਧਰਤਾ ਸੀ, ਜਿਨ੍ਹਾਂ ਦੇ ਵਿੱਚ ਆਪਾਂ ਮਤਲਬ ਸਾਡੇ ਸਾਬਕਾ MLA ਅਰਸ਼ੀ ਦਾ ਨਾਂ ਲੈ ਸਕਦੇ ਹਾਂ, ਇੱਕ ਬਲਦੇਵ ਸਿੰਘ ਨੇ CPI ਤੋਂ ਉਹ ਕੰਮ ਕਰ ਰਹੇ ਨੇ। ਇਸ ਤਰ੍ਹਾਂ ਮਤਲਬ ਇਹ ਦੋ ਤਿੰਨ ਪਾਰਟੀਆਂ ਦੇ ਜਿਹੜੇ ਵਿਅਕਤੀ ਨੇ, ਜਾਂ ਪ੍ਰੇਮ ਸਿੰਘ ਭੰਗੂ ਵੀ ਕਿਸੇ ਪੋਲੀਟੀਕਲ ਪਾਰਟੀ ਨਾਲ ਰਿਲੇਟਡ ਨੇ, ਪਰ ਉਹਨਾਂ ਨੇ ਵੀ ਇਮਾਨਦਾਰੀ ਦਿਖਾਈ ਹੈ। ਮਤਲਬ ਉਹਨਾਂ ਨੇ ਇਹ ਗੱਲ ਨੂੰ ਆਪਣੇ ਪੋਲੀਟੀਕਲ ਫਰੰਟ ਤੇ ਕਿਤੇ ਵਰਤਿਆ ਨਹੀਂ। ਦੂਸਰਾ ਇਹ ਹੈ ਵੀ ਉਹ ਕਿਤੇ ਸੱਤਾ 'ਚ ਉਹ ਪਾਰਟੀਆਂ ਵੀ ਨਹੀਂ ਹੈਗੀਆਂ, ਇਹ ਵੀ ਇੱਕ ਖਾਸ ਗੱਲ ਹੈ। ਹੁਣ ਜੇ ਮੁੱਖ ਗੱਲ ਕਰੀਏ ਦੋ ਪਾਰਟੀਆਂ ਦੀ, ਨੈਸ਼ਨਲ ਲੈਵਲ ਤੇ ਕਾਂਗਰਸ ਦੀ ਤੇ ਪੰਜਾਬ ਲੈਵਲ ਤੇ ਕਾਂਗਰਸ ਅਤੇ ਅਕਾਲੀ ਦਲ ਦੀ। ਬੀਜੇਪੀ ਜਿਹੜੀ ਧਿਰ ਹੈ ਉਹਨੇ ਕਈ ਵਾਰ ਪਲਟੀ ਮਾਰੀ, ਬਹੁਤ ਵਾਰ ਕਦੇ ਉਹਨਾਂ ਨੂੰ ਇਹ ਬਿਆਨ ਦੇਣਾ ਪਿਆ ਕਿ ਅਸੀਂ ਕਿਸਾਨਾਂ ਦੇ ਹੱਕ 'ਚ ਹਾਂ। ਸ਼ੁਰੂ 'ਚ ਉਹਨਾਂ ਨੂੰ ਲੱਗਿਆ ਕਿ ਅੰਦੋਲਨ ਇਕੱਲੇ ਪੰਜਾਬ ਦਾ ਹੈ, ਔਰ ਉਹਦੇ ਵਿੱਚ ਉਹਨਾਂ ਦੇ ਜਿਹੜੇ ਦੋ ਲੀਡਰ ਸੀ, ਜਿਆਣੀ ਸਾਹਿਬ ਤੇ ਗਰੇਵਾਲ ਸਾਹਿਬ, ਉਹ ਇਹ ਪੱਖ ਪੇਸ਼ ਕਰਦੇ ਰਹੇ ਕਿ ਅਸੀਂ ਕਿਸਾਨਾਂ ਦੇ ਪੱਖ 'ਚ, ਅਸੀਂ ਸਮਝੌਤਾ ਕਰਾਉਣ 'ਚ ਲੱਗੇ ਹੋਏ ਹਾਂ। ਪਰ ਅੰਤ ਤੇ ਉਹਨਾਂ ਨੇ ਇੱਕ ਇਹ ਜਿੱਦ ਫੜੀ ਬੀਜੇਪੀ ਨੇ, ਪਤਾ ਨਹੀਂ ਕਿਉਂ, ਕਿ ਜੀ ਸਮਝੌਤਾ ਅਸੀਂ ਗੱਲਬਾਤ ਲਈ ਤਿਆਰ ਹਾਂ ਪਰ ਕਾਨੂੰਨ ਅਸੀਂ ਵਾਪਸ ਨਹੀਂ ਲੈਣੇ। ਉਹ ਜਦੋਂ ਕਿ ਕਿਸਾਨਾਂ ਨੇ ਦੂਜੇ ਪਾਸੇ ਸ਼ੁਰੂ ਤੋਂ ਆਪਣਾ ਸਟੈਂਡ ਕਲੀਅਰ ਕੀਤਾ ਸੀ। ਜਾਂ ਤਾਂ ਬੀਜੇਪੀ ਨੂੰ ਚਾਹੀਦਾ ਸੀ ਕਿ ਜੇ ਇਹਨਾਂ ਦਾ ਸ਼ੁਰੂ ਤੋਂ ਹੀ ਸਟੈਂਡ ਸੀ, ਉਹਨਾਂ ਨੂੰ ਇੱਕ ਵੀ ਵਾਰ ਕਿਸਾਨਾਂ ਨਾਲ ਗੱਲ ਹੀ ਨਹੀਂ ਸੀ ਕਰਨੀ ਚਾਹੀਦੀ। ਬਿਲਕੁਲ। ਹੁਣ ਵੀ ਤਾਂ ਸਾਲ ਨਿਕਲ ਹੀ ਗਿਆ, 26 ਜਨਵਰੀ ਤੋਂ ਬਾਅਦ ਕੋਈ ਗੱਲ ਨਹੀਂ ਹੋਈ, ਤੇ ਉਦੋਂ ਬੀਜੇਪੀ ਤੇ ਪ੍ਰੈਸ਼ਰ ਆ ਗਿਆ ਔਰ ਬੀਜੇਪੀ ਨੇ ਆਪਣੇ ਬੜੇ ਟੈਕਟਸ ਵਰਤ ਕੇ ਦੇਖੇ। ਕਦੇ ਸੁਪਰੀਮ ਕੋਰਟ ਜਾ, ਕਦੇ ਹਾਈ ਕੋਰਟ ਜਾ, ਕਦੇ ਧਰਨੇ ਚੁਕਾ, ਕਦੇ ਸੜਕਾਂ ਦਾ ਇਸ਼ੂ ਉਠਾ ਕਿ ਜੀ ਸੜਕਾਂ ਨੂੰ ਰੋਕ ਲਿਆ, ਕੋਈ ਹੋਰ ਬੰਦਾ ਭੇਜਦਾ। ਮਤਲਬ ਉਹਨਾਂ ਨੇ ਆਪਣੇ ਫਾਸ਼ੀਵਾਦ ਦੇ ਹਮਲਾ ਵੀ ਕਰਾਇਆ, ਕਿੱਲਾਂ ਵੀ ਲਵਾਈਆਂ, ਕਾਫੀ ਤਰ੍ਹਾਂ ਦੇ ਉਹਨਾਂ ਨੇ ਵਰਤੇ, ਆਪਣੇ ਜਿਹੜੀ ਹੱਥਕੰਡੇ ਅਪਣਾਏ ਉਹਨਾਂ ਨੇ, ਵਰਤਦੀ ਹੁੰਦੀ ਹੈ ਹੱਥਕੰਡੇ, ਲੇਕਿਨ ਉਹ ਕਾਮਯਾਬ ਨਹੀਂ ਹੋਏ। ਜਿੱਥੋਂ ਤੱਕ ਅਕਾਲੀ ਦਲ ਦੀ ਗੱਲ ਹੈ, ਇਹਦੇ ਵਿੱਚ ਸਭ ਤੋਂ ਵੱਧ ਫਸਿਆ ਅਕਾਲੀ ਦਲ। ਸ਼ੁਰੂ ਦੇ ਵਿੱਚ ਅਕਾਲੀ ਦਲ ਪਤਾ ਨਹੀਂ ਕਿਉਂ ਇਹ ਪੈਂਤੜਾ ਲੈ ਗਿਆ, ਉਹ ਸਪੋਰਟ ਕਰ ਗਿਆ ਇਹਨਾਂ ਦੀ, ਭਾਵੇਂ ਬਾਅਦ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਬੀਜੇਪੀ ਨੇ ਛਲ ਲਿਆ। ਸਾਨੂੰ ਬੀਜੇਪੀ ਨੇ ਭਰੋਸਾ ਦਿੱਤਾ ਸੀ
ਕਿ ਅਸੀਂ ਅਖੀਰਕਾਰ ਇਸ ਸਿੱਟੇ ਤੇ ਕੋਈ ਜਿਹੜੀ ਐਮੀਕੇਬਲੀ ਸਮਝੌਤੇ ਤੇ ਪਹੁੰਚ ਜਾਵਾਂਗੇ, ਲੇਕਿਨ ਬੀਜੇਪੀ ਨੇ ਸਾਡੇ ਨਾਲ ਧੋਖਾ। ਉਹ ਤੇ ਪ੍ਰੈਸ਼ਰ ਇੰਨਾ ਆ ਗਿਆ ਕਿ ਬੀਜੇਪੀ ਨੂੰ ਆਪਣੀ ਮਿਨਿਸਟਰੀ ਛੱਡਣੀ ਪਈ। ਉਹ ਮਿਨਿਸਟਰੀ ਛੱਡਣ ਦੇ ਚੱਕਰ ਦੇ ਵਿੱਚ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਸਮਝੌਤਾ ਵੀ ਤੋੜਨਾ ਪਿਆ। ਪਰ ਇਹਨੂੰ ਮੈਂ ਦੂਜੀ ਤਰ੍ਹਾਂ ਦੇਖਦਾ ਕਿ ਇਹ ਇਕੱਲਾ ਕਿਸਾਨੀ ਕਾਰਨ ਨਹੀਂ, ਬੀਜੇਪੀ ਦੇ ਨੇਤਾਵਾਂ ਨੇ ਪਹਿਲਾਂ ਹੀ ਬਿਆਨ ਦੇਣੇ ਸ਼ੁਰੂ ਕਰਤੇ ਸੀ ਕਿ ਇਸ ਵਾਰ ਅਸੀਂ ਸਿਰਫ 23 ਸੀਟਾਂ ਨਹੀਂ ਲੜਾਂਗੇ ਜੀ, ਉਹ ਸਾਡਾ ਵੱਡਾ ਭਰਾ ਜ਼ਰੂਰ ਹੈ, ਇਸ ਕਰਕੇ ਅਸੀਂ 50 ਤੇ ਲੜਾਂਗੇ ਤੇ ਉਹ 69 ਤੇ ਲੜਨਗੇ। ਉਹ ਜਿਹੜਾ ਬਖਰੇਵਾਂ ਵੱਧ ਰਿਹਾ ਸੀ ਤੇ ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਅਕਾਲੀ ਦਲ ਨੂੰ ਅੱਡ ਹੋਣਾ ਪਿਆ ਤੇ ਬੀਜੇਪੀ ਨੇ ਇੱਕ ਸਟੈਂਡ ਲੈ ਲਿਆ ਕਿ ਜੀ ਅਸੀਂ ਜਿਹੜਾ ਇਕੱਲੇ ਜਾਵਾਂਗੇ ਚੋਣ ਮੈਦਾਨ 'ਚ। ਤੇ ਉਹਨਾਂ ਨੂੰ ਐ ਲੱਗਿਆ ਕਿ ਅਸੀਂ ਕਿਸਾਨਾਂ ਦਾ ਅੰਦੋਲਨ ਖਤਮ ਕਰ ਦਾਂਗੇ ਤੇ ਕਿਸਾਨਾਂ ਨੂੰ ਇਹ ਲਾਰਾ ਦੇ ਕੇ ਕਿ ਕਰ ਰਹੇ ਆ ਤੇ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਕਿ ਕੁਝ ਜਥੇਬੰਦੀਆਂ ਨੂੰ ਦੁਫਾੜ ਕਰਕੇ ਕਿਸਾਨ ਅੰਦੋਲਨ ਨੂੰ ਢਹਿ ਕਰ ਦਿੱਤਾ ਜਾਵੇ, ਜੋ ਹੋਇਆ ਨਹੀਂ। ਤੀਸਰੀ ਆਪਾਂ ਗੱਲ ਕਰੀਏ ਕਾਂਗਰਸ ਦਾ ਵੀ ਜਿਹੜਾ ਜਦੋਂ ਵਿਸ਼ਲੇਸ਼ਣ ਕਰਦੇ ਆ, ਉਹ ਕੋਈ ਬਹੁਤ ਅੱਛਾ ਸਮਰਥਨ ਉਹਨਾਂ ਵੱਲੋਂ ਨਹੀਂ ਰਿਹਾ। ਉਹਨਾਂ ਨੇ ਚੁੱਪ ਕੀਤੇ ਜੇ ਸਮਰਥਨ ਕੀਤਾ। ਸਾਡੇ 2-3 MP ਧਰਨੇ ਤੇ ਜ਼ਿਆਦਾ ਬੈਠਦੇ ਰਹੇ, ਕਦੇ ਬਾਕੀ MP ਜਾਂਦੇ ਰਹੇ, ਪਰ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਮੋਬਿਲਾਈਜੇਸ਼ਨ ਨਹੀਂ ਕੀਤੀ ਗਈ ਕਿ ਉਹਨਾਂ ਦੇ ਬਾਕੀ MP ਵੀ ਹਿੰਦੁਸਤਾਨ 'ਚ ਉਹਨਾਂ ਦੇ 50 ਦੇ ਨੇੜੇ MP ਨੇ ਤਾਂ ਉਹਨਾਂ ਦੇ ਬਾਕੀ MP ਵੀ ਆਉਂਦੇ ਜਾਂ ਉਹ ਪਾਰਲੀਮੈਂਟ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਰੱਖਦੇ ਆਪਣੀ। ਪਰ ਪਾਰਲੀਮੈਂਟ ਦੇ ਵਿੱਚ ਜ਼ਰੂਰ ਸਾਰੀਆਂ ਪਾਰਟੀਆਂ ਨੇ ਮੈਂ ਕਹੂੰਗਾ ਮਜਬੂਰੀ ਬਸ ਅੰਦੋਲਨ ਐਡਾ ਵੱਡਾ ਹੋ ਗਿਆ, ਪਾਰਲੀਮੈਂਟ ਦੇ ਵਿੱਚ ਜ਼ਰੂਰ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਉਹ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਬੋਲੇ ਤੇ ਸਰਕਾਰ ਤੇ ਸਮੇਂ-ਸਮੇਂ ਤੇ ਉਹਨਾਂ ਨੇ ਪ੍ਰੈਸ਼ਰ ਬਿਲਡ ਕੀਤਾ ਕਿ ਕਿਸਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਦਾ ਜਿਹੜਾ ਪੱਖ ਹੈ ਸੁਣ ਕੇ ਐਮੀਕੇਬਲੀ ਇਹਦਾ ਹੱਲ ਕੱਢਿਆ ਜਾਵੇ, ਇਹਨੂੰ ਐਵੇਂ ਛੱਡਿਆ ਨਾ ਜਾਵੇ। ਇਸ ਗੱਲ ਤੇ ਜ਼ਰੂਰ ਕਿਸਾਨਾਂ ਨੂੰ ਸਪੋਰਟ ਮਿਲੀ ਹੈ। ਹੁਣ ਜੇ ਆਪਾਂ ਇਸ ਤੋਂ ਅੱਗੇ ਗੱਲ ਕਰੀਏ ਕਿ ਕੁੱਲ ਮਿਲਾ ਕੇ ਪੰਜਾਬ 'ਚ ਜਾਂ ਹਿੰਦੁਸਤਾਨ 'ਚ ਇਹ ਵੋਟਾਂ ਦਾ ਜਿਹੜਾ ਚੱਕਰ ਹੈ, ਇਹਦੇ ਵਿੱਚ ਫਾਇਦਾ ਕਿਹਨੂੰ ਮਿਲੇਗਾ? ਉਹ ਫਾਇਦੇ ਦੇ ਵਿੱਚ ਇਹਨਾਂ ਨੇ ਐਸਾ ਸੰਕੇਤ ਦਿੱਤਾ ਕਿ ਬੰਗਾਲ ਦੇ ਵਿੱਚ ਚੋਣ ਆਈ, ਉੱਥੇ ਬੀਜੇਪੀ ਨੇ ਪ੍ਰੈਸ ਨੂੰ ਕੰਟਰੋਲ ਕਰਕੇ, ਕਿਉਂਕਿ ਬੀਜੇਪੀ ਦਾ ਪ੍ਰੈਸ ਤੇ ਬਹੁਤ ਕੰਟਰੋਲ ਹੈ, ਤਕੜਾ ਕੰਟਰੋਲ, ਉਹ ਕੰਟਰੋਲ ਕਰਕੇ ਬੀਜੇਪੀ ਨੇ ਇੱਕ ਇਮੇਜ ਇਹ ਬੰਨਿਆ ਕਿ ਮਮਤਾ ਨਾਲ ਬੀਜੇਪੀ ਦੀ ਬੰਗਾਲ ਦੇ ਵਿੱਚ ਬਹੁਤ ਫਸਵੀਂ ਟੱਕਰ ਹੈ ਔਰ ਉਹਦੇ ਵਿੱਚ ਬੀਜੇਪੀ ਦਾ ਐਜ ਉੱਪਰ ਹੈ, ਬੀਜੇਪੀ ਜਿੱਤਣ ਜਾ ਰਹੀ ਹੈ। ਅਸੀਂ ਤੇ ਬੰਗਾਲ ਗਏ ਨਹੀਂ ਸੀ, ਅਸੀਂ ਤੇ ਇੱਥੇ ਖਬਰਾਂ ਹੀ ਸੁਣਦੇ ਸੀ ਨਾ ਜੀ, ਪਰੰਤੂ ਜਿਸ ਕਿਸਮ ਨਾਲ ਹਮਲਾ ਕਿਸਾਨਾਂ ਨੇ ਬੋਲਿਆ, ਮੈਂ ਉਦੋਂ ਕਿਸਾਨੀ ਅੰਦੋਲਨ ਜਾ ਕੇ ਦੇਖਿਆ, ਕਿਸਾਨ ਜਿਹੜੇ ਨੇਤਾ ਸੀ ਉੱਥੇ ਜਾ ਚੁੱਕੇ ਸੀ ਜੀ, ਉਹਨਾਂ ਨੇ ਸਾਨੂੰ ਪਹਿਲਾਂ ਹੀ ਦੱਸਿਆ ਕਿ ਬੀਜੇਪੀ ਦੀ ਹਵਾ ਨਿਕਲ ਚੁੱਕੀ ਹੈ ਔਰ ਉੱਥੇ ਕਿਸਾਨੀ ਨਾਰੇ ਦਾ ਪ੍ਰਭਾਵ ਪੈ ਰਿਹਾ ਹੈ। ਉਦੋਂ ਕਿਸਾਨ ਨੇਤਾ ਇਹ ਕਹਿ ਰਹੇ ਸੀ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਟੱਕਰ ਦੀ, ਸ਼ਾਇਦ ਉਹ ਟੱਕਰ ਸੀ, ਪਰ ਕਿਸਾਨੀ ਨਾਰੇ ਨਾਲ ਉਹ ਜਿੱਤ ਬਿਲਕੁਲ ਇੱਕ ਤਰਫਾ ਹੋਵੇਗੀ ਔਰ ਉਹ ਹੋਈ ਵੀ ਇੱਕ ਤਰਫਾ ਬਿਲਕੁਲ। ਹੁਣ ਉਹਦੇ ਵਿੱਚ ਇਹ ਕਹਿਣਾ ਬੜਾ ਔਖਾ ਹੈ ਕਿ ਕਿਸਾਨਾਂ ਨੇ, ਕੋਈ ਕਹਿ ਸਕਦਾ ਹੈ ਪਰ ਮੈਂ ਨਹੀਂ ਕਹਿ ਸਕਦਾ ਕਿ ਕਿਸਾਨ ਅੰਦੋਲਨ ਨੇ ਕੋਈ ਆਪਣਾ ਰੋਲ ਨਹੀਂ ਪਲੇ ਕੀਤਾ, ਬਹੁਤ ਵੱਡਾ ਰੋਲ ਪਲੇ ਕੀਤਾ ਤੇ ਉਸ ਦਾ ਬੀਜੇਪੀ ਤੇ ਪ੍ਰਭਾਵ ਵੀ ਆਇਆ। ਉਹ ਪ੍ਰਭਾਵ ਨੇ, ਮੈਂ ਜੇ ਇਹ ਕਹਾਂ ਕਿ ਪੰਜਾਬੀ ਚ ਆਪਾਂ ਕਹੀਏ ਨਾ ਕਿ ਬੀਜੇਪੀ ਨੂੰ ਕੰਬਣੀ ਛੇੜਤੀ, ਬੀਜੇਪੀ ਨੂੰ ਮਜਬੂਰ ਕਰਤਾ ਕਿ ਉਹ ਆਪਣੇ ਜਿਹੜੇ ਰਣਨੀਤੀਕਾਰ ਨੇ ਉਹਨਾਂ ਨਾਲ ਬੈਠ ਕੇ ਸੋਚਣ ਕਿ ਕੀ ਕਰੀਏ। ਜੇ ਜਿਹਨੂੰ ਆਪਾਂ ਕ੍ਰਿਕਟ 'ਚ ਕਹਿੰਦੇ ਹਾਂ ਨਾ ਬੈਕਫੁੱਟ ਤੇ ਆ ਗਈ ਬੀਜੇਪੀ, ਤੇ ਉਸ ਕਿਸਮ ਨਾਲ ਬੀਜੇਪੀ ਜ਼ਰੂਰ ਬੈਕਫੁੱਟ ਤੇ ਆਈ ਹੈ। ਸੋ ਇਸ ਕਿਸਮ ਦਾ ਜਦੋਂ ਆਪਾਂ ਐਨਾਲਿਸਿਸ ਕਰਦੇ ਹਾਂ, ਉਹ ਸਾਰੇ ਕਾਸੇ ਦੇ ਵਿੱਚੋਂ ਹੀ ਨਿਕਲਦਾ ਹੈ। ਹੁਣ ਜਿਹੜਾ ਇਹਦਾ ਵਿਸ਼ਲੇਸ਼ਣ ਕਰਨਾ ਬਣਦਾ ਇੱਕਦਮ ਰਾਜਨੀਤਿਕ ਤੌਰ ਤੇ, ਉਹ ਹੈ ਕਿ ਇਹਨਾਂ ਜਿਮਨੀ ਚੋਣਾਂ ਦਾ ਥੋੜਾ ਜਿਹਾ ਆਪਾਂ ਗੱਲ ਕਰੀਏ। ਜਿਮਨੀ ਚੋਣਾਂ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ, ਜਿੱਥੇ ਹਰਿਆਣਾ ਤੇ ਹਿਮਾਚਲ ਦੇ ਵਿੱਚ ਬੀਜੇਪੀ ਦਾ ਪੂਰਾ ਪ੍ਰਭਾਵ ਹੈ ਰਾਜਤੰਤਰ ਤੇ, ਲੋਕਾਂ ਦੇ ਵਿੱਚ ਕੀ ਹੈ ਉਹ ਤਾਂ ਵੋਟਾਂ ਦੱਸਦੀਆਂ ਨੇ, ਪਰ ਰਾਜਤੰਤਰ ਤੇ ਦੋਵੇਂ ਸਟੇਟਾਂ 'ਚ ਪੂਰੀ ਪਕੜ ਹੈ। ਉਹ ਜਿਹੜੀ ਪਕੜ ਦੇ ਹੋਣ ਦੇ ਬਾਵਜੂਦ ਉਹ
ਉਹ ਲੋਕਾਂ ਨੂੰ ਆਪਣੇ ਪੱਖ 'ਚ ਮੋਬਿਲਾਈਜ਼ ਨਹੀਂ ਕਰ ਸਕੀ। ਇਸ ਦੇ ਕੋਈ ਹੋਰ ਕਾਰਨ ਵੀ ਹੋਣਗੇ, ਪਰ ਇਹ ਮੰਨਣੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਕਿਸਾਨੀ ਅੰਦੋਲਨ ਇਸ ਦਾ ਇੱਕ ਵੱਡਾ ਕਾਰਨ ਹੈ। ਹੁਣ ਇਸ ਦਾ ਪ੍ਰਭਾਵ ਜਿਹੜਾ ਆਉਣ ਵਾਲਾ ਚੋਣਾਂ 'ਚ ਜੀ, ਜੇ ਆਪਾਂ ਇਕੱਲੇ ਪੰਜਾਬ ਦੀ ਗੱਲ ਕਰੀਏ, ਪੰਜਾਬ 'ਚ ਹਲੇ ਕਾਫੀ ਕੁਛ ਧੁੰਦਲਾ ਹੈ। ਭਾਵੇਂ ਅਮਰਿੰਦਰ ਸਿੰਘ ਨੇ ਕਹਿ ਦਿੱਤਾ ਕਿ ਮੈਂ ਵੱਖਰੀ ਪਾਰਟੀ ਬਣਾਊਂਗਾ, ਪਰ ਹੁਣ ਕੁਝ ਬੱਦਲ ਛੱਡਦੇ ਜਾ ਰਹੇ ਨੇ ਕਿ ਅਮਰਿੰਦਰ ਸਿੰਘ ਦੀ ਉਹ ਪੋਜੀਸ਼ਨ ਨਹੀਂ ਰਹੇਗੀ ਕਾਂਗਰਸ ਦੇ ਵਿੱਚ ਕਿ ਉਹ ਕੋਈ ਵੱਡੀ ਸੱਟ ਮਾਰ ਸਕਣ। ਅੱਜ ਲੱਗਦਾ ਜੋ, ਕਿਉਂਕਿ ਇਹਦੇ ਵਿੱਚ ਲੱਗਦਾ ਹੀ ਹੁੰਦਾ ਹੈ ਕਿ ਜਿਹੜੇ ਬੰਦਿਆਂ ਨੂੰ ਕਾਂਗਰਸ ਚੋਂ ਟਿਕਟ ਨਹੀਂ ਮਿਲੀ ਜੀ, ਉਹ ਕਾਂਗਰਸ ਚੋਂ ਕੁਝ ਬੰਦੇ 12 14 15 20 ਬਾਗੀ ਹੋ ਸਕਦੇ ਨੇ, ਕੈਪਟਨ ਨਾਲ ਜਾ ਸਕਦੇ ਨੇ। ਪਰ ਉਹ ਬਾਗੀ ਹੋਇਆ ਤਾਂ ਜਾ ਸਕਦਾ ਹੈ ਜਿੱਥੇ ਕੋਈ ਉਹਨਾਂ ਨੂੰ ਜਿੱਤ ਦੇ ਪ੍ਰੋਸਪੈਕਟਸ ਦਿਖਾਈ ਦੇਣ। ਜਿਹੜੇ ਜਿੱਤ ਦੇ ਪ੍ਰੋਸਪੈਕਟਸ ਨੇ ਉਹ ਟੱਕਰ ਹੋਣੀ ਹੈ ਕਾਂਗਰਸ ਦੀ ਅਕਾਲੀ ਦਲ ਨਾਲ। ਅਕਾਲੀ ਦਲ ਨੇ ਆਪਣੇ ਆਲਮੋਸਟ ਕੈਂਡੀਡੇਟ ਅਨਾਉਂਸ ਕਰਤੇ, ਉੱਥੇ ਕੋਈ ਸਕੋਪ ਨਹੀਂ ਬਚਿਆ। ਸੋ ਉਹ ਕਿੱਥੇ ਜਾ ਸਕਦੇ ਨੇ? ਜੇ ਬੀਜੇਪੀ ਨਾਲ ਜਾਣਗੇ ਤਾਂ ਹੋਰ ਵੀ ਜ਼ਿਆਦਾ ਨੁਕਸਾਨ ਹੋਏਗਾ ਜੀ। ਜੇ ਕੈਪਟਨ ਅਮਰਿੰਦਰ ਇਕੱਲੇ ਇਲੈਕਸ਼ਨ ਲੜਨਗੇ ਤਾਂ ਕੁਝ ਵੀ ਨਹੀਂ ਮਿਲੇਗਾ। ਜੇ ਉਹ ਬੀਜੇਪੀ ਨਾਲ ਸਮਝੌਤਾ ਕਰਨਗੇ ਤਦ ਵੀ ਕੁਝ ਨਹੀਂ ਮਿਲੇਗਾ, ਕਿਉਂਕਿ ਬੀਜੇਪੀ ਦਾ ਇਸ ਵਾਰ ਜੋ ਦਿਖਾਈ ਦੇ ਰਿਹਾ ਹੈ ਬੀਜੇਪੀ ਦੇ ਵਿਰੋਧ 'ਚ ਜਾਣਾ ਹੈ। ਸੋ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਪੱਲੇ ਦੱਲੇ ਵੀ ਮੇਰਾ ਖਿਆਲ ਹੈ ਬਹੁਤਾ ਕੁਛ ਨਹੀਂ ਰਹੇਗਾ। ਧਾਲੀਵਾਲ ਸਾਹਿਬ, ਐਵੇਂ ਨਹੀਂ ਲੱਗਦਾ ਹੈ ਕਿ ਵੀ ਕਿਸਾਨੀ ਅੰਦੋਲਨ 22 ਤੋਂ ਪਹਿਲਾਂ ਬੀਜੇਪੀ ਸਰਕਾਰ ਕੋਈ ਫੈਸਲਾ ਲੈ ਸਕਦੀ ਹੈ? ਕਿਉਂਕਿ ਜੇਕਰ ਕਿਸਾਨੀ ਅੰਦੋਲਨ ਸਮਾਪਤ ਹੋਊਗਾ ਤਾਂ ਹੀ ਤਾਂ ਕੈਪਟਨ ਅਮਰਿੰਦਰ ਸਿੰਘ ਸਮਝੌਤਾ ਕਰ ਸਕਦੇ ਨੇ ਨਾ ਬੀਜੇਪੀ ਦੇ ਨਾਲ। ਦੇਖੋ, ਉਹ ਗੱਲਾਂ ਬਹੁਤ ਚਰਚਿਤ ਆਈਆਂ। ਮੈਨੂੰ ਉਹ ਲੱਗ ਰਿਹਾ ਸੀ ਕਿ ਮੈਨੂੰ ਹੁਣ ਇਹ ਗੱਲ ਦੀ ਸਮਝ ਨਹੀਂ ਲੱਗ ਰਹੀ ਜਿਸ ਕਿਸਮ ਨਾਲ ਅਮਰਿੰਦਰ ਸਿੰਘ ਪਿੱਟ ਗਏ ਨੇ ਜੀ। ਜੇ ਤਾਂ ਅਮਰਿੰਦਰ ਸਿੰਘ ਪੰਜਾਬ ਦੀ ਸਰਕਾਰ ਤੜਵਾ ਕੇ ਫਿਰ ਬੀਜੇਪੀ ਦਾ ਕਿਸਾਨਾਂ ਨਾਲ ਸਮਝੌਤਾ ਕਰਾਉਂਦੇ ਜੀ, ਤਦ ਸ਼ਾਇਦ ਬੀਜੇਪੀ ਅਮਰਿੰਦਰ ਸਿੰਘ ਨੂੰ ਵੱਡਾ ਵਜਨ ਦਿੰਦੀ, ਉਹਨਾਂ ਦੀ ਗੱਲ ਕੋਈ ਵੱਡੇ ਤਰੀਕੇ ਨਾਲ ਸੁਣਦੀ। ਸੋ ਇਸ ਗੱਲ ਤੋਂ ਮੈਨੂੰ ਇਹ ਨਹੀਂ ਲੱਗਦਾ ਕਿ ਅਮਰਿੰਦਰ ਸਿੰਘ ਦੇ ਉਹ ਵਜਨ ਅਮਰਿੰਦਰ ਸਿੰਘ ਦਾ ਰਿਹਾ ਨਹੀਂ ਹੁਣ ਜੋ ਆਪਾਂ ਨੂੰ ਲੱਗ ਰਿਹਾ ਹੈ ਕਿ ਉਹ ਏਦਾਂ ਮਹਿਸੂਸ ਕਰਨ। ਏਦਾਂ ਤਾਂ ਉਹ ਤਾਂ ਕਰਦੇ ਤਾਂ ਬੀਜੇਪੀ ਕਿਉਂ ਨਾ ਫਿਰ ਆਪਦੇ ਨੇਤਾਵਾਂ ਰਾਹੀਂ ਸਮਝੌਤਾ ਕਰੂਗੀ ਕਿਸਾਨਾਂ ਨਾਲ। ਘੱਟੋ ਘੱਟ ਇਹ ਕ੍ਰੈਡਿਟ ਤਾਂ ਆਪਦੇ ਕਿਸਾਨ ਨੇਤਾਵਾਂ ਨੂੰ ਦੇਣ। ਧਾਲੀਵਾਲ ਸਾਹਿਬ, ਜਿਹੜੀ ਮੀਟਿੰਗ ਸੀ ਅਮਿਤ ਸ਼ਾਹ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ, ਦੇਖੋ ਮੀਟਿੰਗ ਪਹਿਲਾਂ ਫਿਕਸ ਹੋਈ ਸੀ, ਸਮਾਂ ਉਸਦਾ ਪਹਿਲਾਂ ਵੱਜਿਆ ਗਿਆ ਸੀ। ਮੀਟਿੰਗ ਦੇ ਐਨ ਮੌਕੇ ਸਮੇਂ ਤੋਂ ਕੁਝ ਸਮਾਂ ਪਹਿਲਾਂ ਅਮਿਤ ਸ਼ਾਹ ਦਾ ਗੁਜਰਾਤ ਚਲਿਆ ਜਾਣਾ, ਇਹ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਸੁਨੇਹਾ ਕੋਈ ਹੋ ਸਕਦਾ? ਕਿਉਂਕਿ ਦੇਖੋ ਮੀਟਿੰਗ ਦਾ ਪਹਿਲਾਂ ਅਰੇਂਜ ਤੇ ਸਮਾਂ ਵੱਜਿਆ ਹੋਇਆ ਨਾ। ਮੈਂ ਇਹ ਸਮਝਦਾ ਨਾ ਕਿ ਜਦੋਂ ਗੱਲਬਾਤ ਸ਼ੁਰੂ ਹੋਏਗੀ ਉਦੋਂ ਅਮਰਿੰਦਰ ਸਿੰਘ ਨੇ ਵੀ ਆਪਣਾ ਭਾਅ ਦੱਸਿਆ ਹੋਏਗਾ ਨਾ ਕਿ ਮੇਰੇ ਨਾਲ ਐਮਐਲਏ ਨੇ, ਜਾਂ ਮੈਂ ਇਹ ਕਰ ਸਕਦਾ, ਜਾਂ ਮੈਂ ਸਰਕਾਰ ਤੜਵਾ ਸਕਦਾ, ਜਾਂ ਮੇਰੇ ਨਾਲ 10 12 15 ਐਮਐਲਏ ਆਉਣਗੇ ਤੇ ਆਪਣੀ ਸਮਰੱਥਾ ਇਹ ਰਹੇਗੀ। ਮੈਨੂੰ ਇਹ ਲੱਗਦਾ ਕਿ ਉੱਥੇ ਆਪਣੀ ਸਮਰੱਥਾ ਉਹ ਗਵਾ ਚੁੱਕੇ ਨੇ, ਔਰ ਇਸੇ ਕਰਕੇ ਸ਼ਾਇਦ ਉਹ ਸਮਰੱਥਾ ਨੂੰ ਦੇਖਦੇ ਹੋਏ ਮਹਾਰਾਣੀ ਪ੍ਰਨੀਤ ਕੌਰ ਵੀ ਕੋਈ ਸਟੈਂਡ ਨਹੀਂ ਲੈ ਰਹੀ ਹੈ ਕਿ ਵੀ ਮੈਂ ਅਮਰਿੰਦਰ ਸਿੰਘ ਦੇ ਨਾਲ ਜਾਊਂਗੀ, ਕਿਉਂਕਿ ਉਹ ਦੇਖ ਚੁੱਕੇ ਨੇ ਵੀ ਖਾਮ ਖਾਏ ਮੈਂਬਰ ਪਾਰਲੀਮੈਂਟ ਵੀ ਛੱਡਾਂਗੇ, ਉਹਦਾ ਕੀ ਫਾਇਦਾ। ਦੇਖੋ, ਆ ਵੀ ਗੱਲ ਵੱਡੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਛੱਡ ਚੁੱਕੇ ਨੇ ਤੇ ਪ੍ਰਨੀਤ ਕੌਰ ਜੋ ਮੈਂਬਰ ਪਾਰਲੀਮੈਂਟ ਨੇ ਪਟਿਆਲੇ ਤੋਂ, ਉਹਨਾਂ ਦਾ ਹਜੇ ਕੋਈ ਏਦਾਂ ਦਾ ਮੈਸੇਜ ਹੀ ਨਹੀਂ ਕੋਈ ਹੈ, ਬਿਆਨ ਵੀ ਨਹੀਂ ਆਉਂਦਾ। ਉਹ ਇਹ ਵੀ ਨਹੀਂ ਕਹਿੰਦੇ ਕਿ ਅਮਰਿੰਦਰ ਸਿੰਘ ਨੂੰ ਬੇਇੱਜ਼ਤ ਕੀਤਾ ਗਿਆ, ਇੰਨਾ ਬਿਆਨ ਵੀ ਨਹੀਂ ਦੇ ਸਕੇ ਉਹ। ਸੋ ਇਸ ਕਰਕੇ ਨਾ ਮੈਨੂੰ ਇਹ ਲੱਗਦਾ ਕਿ ਬੀਜੇਪੀ ਵੀ ਜਦੋਂ ਕੋਈ ਵੀ ਪਾਰਟੀਆਂ ਸਮਝੌਤਾ ਹੁੰਦਾ ਹੈ ਉਹ ਇੱਕ ਦੂਜੇ ਦਾ ਵਜਨ ਦੇਖ ਕੇ ਸਮਝੌਤਾ ਹੁੰਦਾ ਹੈ। ਧਾਲੀਵਾਲ ਸਾਹਿਬ, ਪਿਛਲੇ ਦਿਨੀ ਨਵਜੋਤ ਸਿੱਧੂ ਵੀ ਕਹਿੰਦੇ ਸੀ, ਉਹਨਾਂ ਨੇ ਕੈਪਟਨ ਅਮਰਿੰਦਰ ਤੇ ਨਿਸ਼ਾਨਾ ਸਾਧਿਆ ਸੀ, ਨਿੱਜੀ ਹਮਲਾ ਸੀ ਕਿ ਉਹਨਾਂ ਦੀ ਪਤਾ ਨਹੀਂ ਵੀ ਕੈਪਟਨ ਅਮਰਿੰਦਰ ਦੇ ਨਾਲ ਨਹੀਂ ਹੈ। ਚਲੋ, ਉਹ ਤੇ ਦੇਖੋ ਸਿਆਸੀ ਤੌਰ ਤੇ ਉਹਨਾਂ ਦੇ ਹਮਲਾ ਕਰਦੇ ਨੇ। ਹੁਣ ਜਿਹੜੇ ਅਮਰਿੰਦਰ ਸਿੰਘ ਦੇ ਨਾਲ ਇੱਕ ਦੋ ਜਿਹੜੇ ਨੇਤਾ ਮੈਂਬਰ ਪਾਰਲੀਮੈਂਟ ਡਟ ਕੇ ਖੜੇ ਸੀ ਤੇ ਉਹਨਾਂ ਨੇ ਵੀ ਕਹਿਤਾ ਵੀ ਨਹੀਂ, ਜੋ ਪਾਰਟੀ ਦਾ ਸਟੈਂਡ ਅਸੀਂ ਪਾਰਟੀ ਨਾਲ, ਜੇ ਅਮਰਿੰਦਰ ਸਿੰਘ ਏਦਾਂ ਦੇ ਬਿਆਨ ਦੇਣਗੇ, ਮਤਲਬ ਇੱਥੋਂ ਤੱਕ ਕਹਿਤਾ ਉਹਨਾਂ ਨੇ ਤਾਂ ਵੀ ਅਮਰਿੰਦਰ ਸਿੰਘ ਨੂੰ ਕਾਂਗਰਸ ਦੇ ਨਾਂ ਦਾ ਸਹਾਰਾ ਲੈਣਾ ਪਿਆ, ਉਹਨਾਂ ਨੂੰ ਆਪਣੀ ਪਾਰਟੀ ਦਾ ਨਾਂ ਕਾਂਗਰਸ ਰੱਖਣਾ ਪਿਆ। ਕਾਂਗਰਸੀ ਐਮਪੀਜ਼ ਨੇ ਏਦਾਂ ਦੇ ਬਿਆਨ ਦਿੱਤੇ ਨੇ। ਸੋ ਇਸ ਕਰਕੇ ਮੈਨੂੰ ਇਹ ਲੱਗ ਰਿਹਾ ਕਿ ਇਹ 'ਚ ਕਾਂਗਰਸ ਦੇ ਵਿੱਚ ਨਿਕਲਣ ਤੋਂ ਬਾਅਦ ਅਮਰਿੰਦਰ ਸਿੰਘ ਦਾ ਵਜਨ ਇੰਨਾ ਹਲਕਾ ਹੋ ਗਿਆ ਕਿ ਬੀਜੇਪੀ ਉਸ ਨੂੰ ਕੋਈ ਤਵੱਜੋ, ਕੋਈ ਮੁੱਲ ਨਹੀਂ ਦੇਵੇਗੀ, ਮੇਰਾ ਅੰਦਾਜ਼ਾ ਇਹ ਹੈ। ਸੋ ਹੁਣ ਆਪਾਂ ਗੱਲ ਕਰੀਏ, ਜੇ ਇਹਨਾਂ ਦਾ ਸਮਝੌਤਾ ਕਰਕੇ ਕਿਸਾਨਾਂ ਨਾਲ ਕੋਈ ਮਸਲਾ ਹੱਲ ਹੋ ਜਾਵੇ, ਇੱਕ ਤਾਂ ਇਹ ਹੋਇਆ ਕਿ ਬੀਜੇਪੀ ਨੇ ਆਪਣਾ ਸਮਾਂ ਗਵਾ ਲਿਆ ਜੀ। ਮੈਨੂੰ ਪਰਸਨਲੀ ਇਹ ਲੱਗਦਾ ਹੈ ਕਿ ਕਿਸਾਨਾਂ ਨਾਲ ਇੱਕ ਸਮਝੌਤਾ ਹੋ ਸਕਦਾ ਸੀ, ਬੀਜੇਪੀ ਦੀ ਜਿੱਤ ਜਿਹੜੀ ਰਹਿ ਸਕਦੀ ਸੀ ਉਹ ਇਹੀ ਸੀ ਕਿ ਐਮਐਸਪੀ ਤੇ ਸਰਕਾਰ ਕਾਨੂੰਨ ਬਣਾ ਦਿੰਦੀ
ਤੇ 3 ਕਾਨੂੰਨਾਂ ਨੂੰ ਠੰਡੇ ਵਸਤੇ 'ਚ ਪਾ ਦਿੰਦੀ ਕਿ ਇਹ ਤੇ ਆਪਾਂ ਕੋਈ ਗੱਲ ਹੀ ਨਹੀਂ ਕਰਦੇ, ਨਾ ਅਸੀਂ ਲਾਗੂ ਕਰਨੀ ਹੈ, ਆਉਣ ਵਾਲੀ ਸਰਕਾਰ ਦੇਖ ਲੇਗੀ ਲਾਗੂ ਕਰਨਾ ਹੈ ਕਿ ਨਹੀਂ ਕਰਨਾ। ਮੇਰੇ ਖਿਆਲ ਮੁਤਾਬਕ ਇਹ ਹੈ ਕਿ ਇੱਥੇ ਕੋਈ ਸਮਝੌਤਾ ਹੋ ਸਕਦਾ ਸੀ, ਪਰੰਤੂ ਹੁਣ ਜਿਹੜੀ ਸਰਕਾਰ ਹੈ ਉਹ ਜੇਕਰ ਹੁਣ ਸਮਝੌਤਾ ਕਰਦੀ, ਅੱਜ ਦੀ ਘੜੀ, ਕੱਲ ਕੀ ਹੋ ਜੇ ਮੈਨੂੰ ਨਹੀਂ ਪਤਾ ਕੀ ਹਾਲਾਤ ਬਣਨ, ਅੱਜ ਦੀ ਘੜੀ ਕਿਸਾਨਾਂ ਦਾ ਹੱਥ ਇੰਨਾ ਉੱਪਰ ਹੈ ਕਿ ਕਿਸਾਨ ਇਸ ਅਵਸਥਾ ਦੇ ਵਿੱਚ ਆਪਣੀਆਂ ਸ਼ਰਤਾਂ ਤੋਂ ਪਿੱਛੇ ਨਹੀਂ ਹਟਣਗੇ, ਕਿਉਂਕਿ ਸਰਕਾਰ ਨੇ, ਜੇ ਮੈਂ ਸ਼ਬਦ ਕਹਾਂ ਨਾ, ਉਹਨਾਂ ਨੂੰ ਬਹੁਤ ਜਿੱਚ ਕੀਤਾ, ਔਖਾ ਕੀਤਾ। ਜੇਕਰ ਇੰਨੀ ਤਾਕਤ ਲੈ ਕੇ ਵੀ ਉਹ ਅੱਜ ਪਿੱਛੇ ਹਟ ਜਾਂਦੇ ਨੇ ਜੀ, ਤਾਂ ਮੇਰਾ ਖਿਆਲ ਆ ਵੀ ਲੋਕਾਂ ਦੇ ਵਿੱਚ ਉਹਨਾਂ ਦੀ ਸ਼ਾਖ ਨਹੀਂ ਰਹੇਗੀ। ਸੋ ਇਹ ਚੋਂ ਕੁੱਲ ਮਿਲਾ ਕੇ ਇਹ ਰਿਹਾ ਕਿ ਜਿਹੜਾ ਪੈਂਤੜਾ ਤੁਸੀਂ ਕਹਿ ਰਹੇ ਹੋ ਝੜੂਨੀ ਸਾਹਿਬ ਨੇ ਲਿਆ, ਜਾਂ ਕੋਈ ਪੈਂਤੜਾ ਉਹ ਗਲਤ ਲੈ ਬੈਠੇ ਆਪਣੇ ਯਾਦਵ ਜੀ, ਉਹਨਾਂ ਨੂੰ ਸਸਪੈਂਡ ਕਰਤਾ, ਉਹਨਾਂ ਨੇ ਉਹਦਾ ਮੰਨ ਲਿਆ ਫੈਸਲਾ। ਝੜੂਨੀ ਦੀ ਕੋਈ ਥੋੜਾ ਜਿਹਾ ਇਸ਼ੂ ਆਇਆ, ਜਦੋਂ ਝੜੂਨੀ ਨੇ, ਕਿਸਾਨ ਮੋਰਚੇ ਨੇ ਕਿਹਾ ਕਿ ਸਾਡਾ ਫੈਸਲਾ ਹੈ, ਝੜੂਨੀ ਨੇ ਉਹ ਫੈਸਲੇ ਨੂੰ ਸਿਰ ਮੱਥੇ ਮੰਨ ਲਿਆ। ਸੋ ਹੁਣ ਇਸ ਦੇ ਵਿੱਚ ਜੇ ਮੈਂ ਕਹਾਂ ਕਿ ਉਹ ਫੈਸਲੇ ਮੰਨਣ ਤੋਂ ਬਾਅਦ ਜਿਹੜਾ ਕਿਸਾਨ ਸੰਯੁਕਤ ਮੋਰਚੇ ਦਾ ਡਿਸਪਲਿਨ ਹੈ ਤੇ ਉਹਨਾਂ ਦਾ ਪੂਰੀ ਲੀਡਰਸ਼ਿਪ ਦਾ ਪੂਰੇ ਕਿਸਾਨ ਅੰਦੋਲਨ ਤੇ ਗਲਬਾ ਭਾਰੂ ਹੋਣਾ ਹੈ, ਉਹ ਦਿਖਾਈ ਦੇ ਰਿਹਾ ਕਿ ਹੁਣ ਅੰਦੋਲਨ ਉਹਨਾਂ ਦੇ ਹੱਥ 'ਚ ਹੈ ਔਰ ਉਹਨਾਂ ਦੀਆਂ ਨੀਤੀਆਂ ਮੁਤਾਬਕ ਚੱਲ ਰਿਹਾ ਹੈ ਤੇ ਚੱਲੇਗਾ ਤੇ ਸ਼ਾਂਤਮਈ ਚੱਲੇਗਾ। ਇਹਦੇ ਵਿੱਚ ਉਹਨਾਂ ਨੇ ਬਹੁਤ ਬਾਰ-ਬਾਰ ਉਹ ਸਾਬਤ ਕਰ ਚੁੱਕੇ ਨੇ। ਇਸ ਤੋਂ ਬਿਨਾਂ ਜਿਹੜਾ ਬੀਜੇਪੀ ਤੋਂ ਜਾਣੇ 'ਚ ਹੋਈ ਹੈ, ਅਣਜਾਣੇ 'ਚ ਹੋਈ ਹੈ, ਅਖਬਾਰਾਂ ਮੁਤਾਬਕ ਤਾਂ ਉਹ ਜਾਣੇ 'ਚ ਹੋਈ ਹੈ। ਜਿਹੜੀ ਲਖੀਮਪੁਰ ਦੀ ਘਟਨਾ ਹੈ, ਮੈਨੂੰ ਇਹ ਲੱਗਦਾ ਵੀ ਇਹਦਾ ਹੋਰ ਵੱਡਾ ਨੁਕਸਾਨ ਹੋਇਆ। ਤੁਹਾਡੇ ਸਾਹਮਣੇ ਉੱਥੋਂ ਦੇ ਮੰਤਰੀ ਨੇ ਕਿਸਾਨਾਂ ਨੂੰ ਕਾਲ ਕੀਤਾ, ਇਹ ਵੀ ਰਾਜਨੀਤਿਕ ਪ੍ਰਭਾਵ ਹੈ ਕਿ ਆਓ ਮੈਂ ਤੁਹਾਡੇ ਨਾਲ ਗੱਲ ਕਰਦਾ। ਜਿਹੜੀ ਗੱਲ ਆਪਾਂ ਅਮਰਿੰਦਰ ਸਿੰਘ ਬਾਰੇ ਕਹਿੰਦੇ ਹਾਂ ਕਿ ਉਹ ਕ੍ਰੈਡਿਟ ਲਾਉਣਾ ਚਾਹੁੰਦਾ ਸੀ, ਸ਼ਾਇਦ ਮਿਸ਼ਰਾ ਜੀ ਵੀ ਜਿਹੜੇ ਮੰਤਰੀ ਨੇ, ਗ੍ਰਹਿ ਮੰਤਰੀ ਨੇ, ਉਹ ਵੀ ਕ੍ਰੈਡਿਟ ਲੈਣਾ ਚਾਹੁੰਦੇ ਸੀ ਕਿ ਮੇਰੇ ਰਾਹੀਂ ਆਪਾਂ ਦੁਬਾਰੇ ਮਸਲਾ ਹੱਲ ਕਰ ਲਈਏ, ਜਾਂ ਉਹਨਾਂ ਨਾਲ ਗੱਲਬਾਤ ਮੈਂ ਇੰਡੀਵਿਜੂਅਲ ਓਪਨ ਕਰ ਲਾਂ ਤੇ ਮੇਰੇ ਬੇਟੇ ਵਾਲਾ ਕੋਈ ਮਸਲਾ ਕਿਸੇ ਪਾਸੇ ਹੱਲ ਹੋ ਜਾਏ, ਔਰ ਉਹ ਨਹੀਂ ਹੋਇਆ। ਬਿਲਕੁਲ। ਇਸ ਕਰਕੇ ਮੈਨੂੰ ਇਹ ਲੱਗ ਰਿਹਾ ਕਿ ਜਿਹੜਾ ਆਪਾਂ ਹੁਣ ਇਹ ਸਾਰੇ ਚੋਂ ਕਨਕਲੂਡ ਇਹ ਕਰੀਏ ਕਿ ਇੱਕ ਗੱਲ ਤੈਅ ਹੈ ਪਹਿਲੀ, ਕਿ ਬੀਜੇਪੀ ਨੂੰ ਆਉਂਦੀਆਂ ਚੋਣਾਂ 'ਚ ਕਿਸਾਨ ਅੰਦੋਲਨ ਹੋਣ ਕਾਰਨ ਵੋਟ ਦੀ ਮਾਰ ਪਊਗੀ ਜੀ। ਦੂਸਰਾ, ਇਹ ਹਾਲੇ ਬਹੁਤ ਸਾਰਾ ਕਲੀਅਰ ਨਹੀਂ ਹੈ ਕਿ ਉਹ ਵੋਟ ਕਿਸ ਦੇ ਪੱਖ ਵਿੱਚ ਜਾਏਗੀ। ਯੂਪੀ 'ਚ ਵੀ ਇਹ ਪ੍ਰੋਬਲਮ ਹੈ ਕਿਉਂਕਿ ਉੱਥੇ 4 ਕੋਨਾ ਮੁਕਾਬਲਾ ਹੋਏਗਾ। ਪੰਜਾਬ 'ਚ ਵੀ ਇਹ ਪ੍ਰੋਬਲਮ ਹੋ ਸਕਦੀ ਹੈ। ਕਾਂਗਰਸ, ਅਕਾਲੀ ਦਲ, ਆਪ ਪਾਰਟੀ ਤੇ ਇੱਕ ਚੌਥਾ ਮੋਰਚਾ ਜਿਹੜਾ ਅਮਰਿੰਦਰ ਕਹਿ ਰਹੇ ਹੈ, ਜਾਂ ਢੀਂਡਸਾ ਸਾਹਿਬ ਦਾ ਇੱਕ ਗਰੁੱਪ ਹੈ, ਉਹਨਾਂ ਦਾ ਕੋਈ ਹੋ ਸਕਦਾ ਹੈ ਜੀ, ਇਹਦੀ ਪੋਸੀਬਿਲਿਟੀ ਹੈ। ਤੇ ਜਿਹੜਾ ਹੈਗਾ ਆਪਣਾ ਬਹੁਜਨ ਸਮਾਜ ਪਾਰਟੀ ਕਿਸਾਨ ਮੋਰਚੇ ਦੇ ਸਿੱਧੇ ਤੌਰ ਤੇ ਪੱਖ ਵਿੱਚ ਉਤਰਨ ਤੇ ਪਛ ਗਈ ਹੈ। ਉਹਦੇ ਪਛੜਨ ਕਰਕੇ ਜਿਹੜਾ ਮਜ਼ਦੂਰ ਵਰਗ ਕਿਸਾਨਾਂ ਨਾਲ ਜੁੜਿਆ ਹੈ, ਮੈਨੂੰ ਇਹ ਲੱਗ ਰਿਹਾ ਕਿ ਸ਼ਾਇਦ ਉਸ 'ਚ ਬਹੁਜਨ ਸਮਾਜ ਪਾਰਟੀ ਨੂੰ ਵੀ ਕੁਛ ਮਾਰ ਪੈ ਸਕਦੀ ਹੈ। ਸੋ ਇਹਦਾ ਕੁੱਲ ਕਰਕੇ ਆਪਾਂ ਇਹ ਕਨਕਲੂਡ ਕਰੀਏ ਕਿ ਆਉਣ ਵਾਲਾ ਸਮਾਂ ਜੋ ਅੱਜ ਦਿਖਾਈ ਦੇ ਰਿਹਾ, ਜਿਹੜੀਆਂ ਇਹ ਚੋਣਾਂ ਹੋਣਗੀਆਂ, ਇਹ ਚੋਣਾਂ ਦੇ ਵਿੱਚ ਜੇ ਕਿਸਾਨ ਤਕੜੇ ਹੋ ਕੇ ਇਹੀ ਨਾਰਾ ਲਾਉਂਦੇ ਨੇ ਕਿ ਬੀਜੇਪੀ ਤੋਂ ਬਿਨਾਂ ਕੋਈ ਵੀ ਪਾਰਟੀ, ਤਾਂ ਇਹਦਾ ਸਿੰਪਲ ਫਾਰਮੂਲਾ ਇਹ ਨਿਕਲੇਗਾ, ਕੋਈ ਵੀ ਪਾਰਟੀ ਦਾ ਅਰਥ ਜਿਹੜਾ ਕੈਂਡੀਡੇਟ ਬੀਜੇਪੀ ਨੂੰ ਹਰਾ ਰਿਹਾ ਹੈ ਉਹਨੂੰ ਵੋਟ ਪਾਈ ਜਾਵੇ ਜੀ। ਉਹ ਯੂਪੀ 'ਚ ਕਾਂਗਰਸ ਦਾ ਵੀ ਹੋ ਸਕਦਾ ਹੈ, ਉਹ ਯੂਪੀ 'ਚ ਮੁਲਾਇਮ ਸਿੰਘ ਯਾਦਵ ਦਾ ਵੀ ਹੋ ਸਕਦਾ, ਕੋਈ ਵੀ ਪਾਰਟੀ ਹੋ ਸਕਦੀ ਹੈ ਕਿ ਨਹੀਂ। ਇਹ ਮੌਕੇ ਤੇ ਐਨਾਲਿਸਿਸ ਕਰਨਗੇ ਲੋਕ ਕਿ ਕਿਹੜੀ ਕੰਸਟੀਚੁਐਂਸੀ ਦੇ ਵਿੱਚ ਕਿਹੜਾ ਵਿਅਕਤੀ ਹੈ ਜਿਹੜਾ ਬੀਜੇਪੀ ਨੂੰ ਹਰਾ ਰਿਹਾ। ਔਰ ਪੰਜਾਬ ਦੇ ਵਿੱਚ ਪਤਾ ਨਹੀਂ ਕਿਉਂ, ਮੇਰਾ ਐਨਾਲਿਸਿਸ ਇਹ ਹੈ, ਇੰਨੀ ਟੁੱਟ ਭੱਜ ਦੇ ਬਾਵਜੂਦ ਪੰਜਾਬ ਦੇ ਵਿੱਚ ਇਸ ਦਾ ਫਾਇਦਾ ਕਾਂਗਰਸ ਨੂੰ ਮਿਲੇਗਾ। ਭਾਵੇਂ ਅਕਾਲੀ ਦਲ ਡਟ ਕੇ ਅੱਜ ਕਹਿ ਰਿਹਾ ਹੈ, ਅਕਾਲੀ ਦਲ ਤੋਂ ਹਾਲੇ ਉਹ ਜਿਹੜਾ ਦਾਗ ਹੈ ਨਾ ਬੀਜੇਪੀ ਵਾਲਾ, ਉਹ ਧੋਇਆ ਨਹੀਂ ਜਾ ਰਿਹਾ। ਤੇ ਦੂਸਰਾ ਜਿਹੜਾ ਬਹੁਤ ਹੀ ਉਹ ਸੈਂਸਿਟਿਵ ਮਸਲਾ ਹੈ ਬੇਅਦਬੀ ਵਾਲਾ, ਉਹ ਅਕਾਲੀ ਦਲ ਦੇ ਗਲੇ ਦੀ ਹੱਡੀ ਬਣਿਆ ਪਿਆ, ਉਹ ਉਹਨਾਂ ਦੇ ਗਲੇ ਦੀ ਹੱਡੀ ਉਤਰ ਨਹੀਂ ਰਿਹਾ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਦੇ ਵਿੱਚ ਸਾਫ਼ ਹੈ ਕਿ ਬੀਜੇਪੀ ਨੂੰ ਕੁਝ ਨਹੀਂ ਮਿਲੇਗਾ। ਧਾਲੀਵਾਲ ਸਾਹਿਬ, ਗੁਰਨਾਮ ਸਿੰਘ ਝੜੂਨੀ
ਉਹਨਾਂ ਦੀ ਗਤੀਵਿਧੀਆਂ ਬਹੁਤ ਨੇ, ਰਾਜਨੀਤਿਕ ਗਤੀਵਿਧੀਆਂ ਪੰਜਾਬ ਦੇ ਵਿੱਚ। ਕਈ ਉਹਨਾਂ ਨੇ ਲੀਡਰ ਵੀ ਜੁਆਇਨ ਕਰਾਏ ਨੇ ਜੋ ਆਪ ਪਾਰਟੀ ਨਾਲ ਸੰਬੰਧਿਤ ਸੀ। ਉਹਨੂੰ ਕਿਵੇਂ ਮੈਂ ਦੇਖਦੇ ਹੋ? ਤੁਹਾਡੇ ਨਾਲ ਇਸ ਗੱਲ ਤੇ ਸਹਿਮਤ ਹਾਂ, ਪਰ ਸਮਾਂ ਬਹੁਤ ਨਿਕਲਦਾ ਜਾ ਰਿਹਾ ਹੈ ਜੀ। ਜੇ ਆਪਾਂ ਕਹੀਏ ਨਾ ਕਿ ਲਾਸਟ ਮਹੀਨੇ 'ਚ ਇੱਕ ਨਵੀਂ ਪਾਰਟੀ ਬਣਾ ਕੇ ਲਾਂਚ ਕਰ ਲੈਣਗੇ, ਇਹ ਕੰਮ ਔਖਾ ਹੁੰਦਾ ਹੈ ਜੀ। ਤੇ ਗੁਰਨਾਮ ਸਿੰਘ ਝੜੂਨੀ ਕੋਲ ਅਲਟੀਮੇਟਲੀ ਆਪਸ਼ਨ ਇਹੀ ਰਹਿ ਜਾਣੀ ਹੈ ਕਿ ਉਹ ਇਹੀ ਕਹਿ ਸਕਦੇ ਨੇ ਕਿ ਕੋਈ ਨਾਰਾ ਦੇ ਸਕਦੇ ਨੇ ਕਿ ਬੀਜੇਪੀ ਦੇ ਉਲਟ ਇਹ ਜਿਹੜੇ ਕੈਂਡੀਡੇਟ ਨੇ ਕਿਤੇ ਪੌਕਟਾਂ ਦੇ ਵਿੱਚ, ਕਿ ਉਹ ਮੰਨ ਲਓ ਆਪ ਦੇ ਉਹਨਾਂ ਪੱਖੀ ਹੋ ਸਕਦੇ ਨੇ ਕਿ ਇੱਥੇ ਆਪ ਨੂੰ ਵੋਟ ਪਾ ਦਿਓ। ਤੇ ਉਹ ਚੋਂ ਇਹ ਵੀ ਆਪਾਂ ਕਹਿ ਸਕਦੇ ਹਾਂ ਪੰਜਾਬ 'ਚ ਅੱਜ ਦੀ ਘੜੀ ਕੋਈ ਇਸ ਤਰ੍ਹਾਂ ਦੀ ਸਰਕਾਰ ਵੀ ਬਣ ਸਕਦੀ ਹੈ ਜਿਹੜੀ ਮਿਲਗੋਬਾ ਬਣ ਜਾਵੇ, ਪਰ ਪਤਾ ਨਹੀਂ ਕਿਉਂ ਹੰਗਾ ਅਸੈਂਬਲੀ ਹੋ ਸਕਦੀ ਹੈ ਪੰਜਾਬ 'ਚ। ਜਾਂ ਮੈਂ ਇਹਨਾਂ ਦੀ ਸਟ੍ਰੈਟਜੀ ਦੇਖਦਾ ਜੋ ਆਪ ਪਾਰਟੀ ਦੀ, ਮਤਲਬ ਆਪ ਪਾਰਟੀ ਨੂੰ ਚਾਹੀਦਾ ਤਾਂ ਇਹ ਸੀ ਜਾਂ ਤਾਂ ਸਿੱਧਾ ਸਟੈਂਡ ਲੈਂਦੇ, ਆਪਦਾ ਸੀਐਮ ਦਾ ਕੈਂਡੀਡੇਟ ਡਿਕਲੇਅਰ ਕਰਕੇ ਸਰਗਰਮੀਆਂ ਚਲਾਉਂਦੇ, ਪਰ ਉਹ 'ਚ ਬਹੁਤ ਪਛੜੇ ਨੇ। ਇਸ ਕਰਕੇ ਮਤਲਬ ਹਾਲੇ ਤੱਕ ਵੀ ਉਹ ਕਿਤੇ ਆਪਣੀ ਪਾਰਟੀ ਦੇ ਜਿਹੜੇ ਵੱਡੇ ਨੇਤਾ ਨੇ, ਉਹਨਾਂ ਕੋਲ ਵੱਡਾ ਨੇਤਾ ਪੰਜਾਬ 'ਚ ਇੱਕੋ ਹੀ ਹੈ, ਭਗਵੰਤ ਮਾਨ, ਉਹਨੂੰ ਪਤਾ ਨਹੀਂ ਕਿਉਂ ਮੰਨ ਨਹੀਂ ਰਹੇ ਹਾਲੇ ਵੀ ਸਾਡਾ ਵੱਡਾ ਨੇਤਾ ਹੈ, ਉਹ ਅਸੀਂ ਉਹਨੂੰ ਅੱਗੇ ਲਾ ਸਕਦੇ ਹਾਂ ਜਾਂ ਨਹੀਂ ਲਾ ਸਕਦੇ। ਹਾਂ ਬਿਲਕੁਲ। ਸੋ ਉਸ ਕਰਕੇ ਮੈਨੂੰ ਇਹ ਲੱਗ ਰਿਹਾ ਕਿ ਆਪ ਪਾਰਟੀ ਇੱਥੇ ਮਾਰ ਖਾ ਰਹੀ ਹੈ, ਉਹ ਦੇਰ ਕਰ ਰਹੇ ਨੇ ਇਹ ਸਾਰੇ ਕਾਸੇ 'ਚ ਕਿ ਅਸੀਂ ਕੀ ਕਰਨਾ ਹੈ। ਇਸ ਕਰਕੇ ਮੈਨੂੰ ਲੱਗ ਰਿਹਾ ਕਿ ਕਾਂਗਰਸ ਦਾ ਹੱਥ ਥੋੜਾ ਬਾਕੀਆਂ ਦੇ ਮੁਕਾਬਲੇ ਉੱਪਰ ਰਹਿ ਸਕਦਾ ਹੈ। ਤੇ ਕੈਪਟਨ ਅਮਰਿੰਦਰ ਸਿੰਘ ਦਾ ਨੁਕਸਾਨ ਕਿੰਨਾ ਕੁ ਹੋਊਗਾ ਕਾਂਗਰਸ ਨੂੰ? ਕੈਪਟਨ ਅਮਰਿੰਦਰ ਸਿੰਘ ਦਾ ਦੇਖੋ, ਮੈਂ ਫੇਰ ਕਹਿਣਾ ਕਿ ਲੋਕ ਬੜੇ ਸਿਆਣੇ ਨੇ। ਕੈਪਟਨ ਅਮਰਿੰਦਰ ਸਿੰਘ ਦਾ ਨੁਕਸਾਨ ਸਿਰਫ ਕਿਤੇ ਉੱਥੇ ਹੋ ਸਕਦਾ ਹੈ ਜਿੱਥੇ ਕੋਈ ਮਾਰਜਨ 500,000 ਦਾ ਰਹਿੰਦਾ ਹੋਵੇ। ਅਦਰਵਾਈਜ਼ ਮੈਨੂੰ ਇਹ ਲੱਗ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਬਹੁਤ ਵੋਟਾਂ ਨਹੀਂ ਲਿਜਾਣਗੇ ਤੇ ਉਹ ਕਾਂਗਰਸ ਦੀ ਜਿਹੜੀ ਨੈਗੇਟਿਵ ਵੋਟ ਹੈ ਉਹ ਖਿੱਚਣ 'ਚ ਵੀ ਮੈਨੂੰ ਇਹ ਲੱਗ ਰਿਹਾ ਕਿ ਨਾਕਾਮਯਾਬ ਰਹਿਣਗੇ। ਮੈਨੂੰ ਇੱਕੋ ਹੀ ਲੱਗ ਰਹੀ ਸੀ ਗੱਲ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਤਕੜੇ ਰਹਿੰਦੇ, ਇੱਕ ਪਰਸੈਪਸ਼ਨ ਬਣਾ ਕੇ ਰੱਖਦੇ ਵੀ ਉਹਨਾਂ ਦੇ ਕੁਝ ਬੰਦੇ ਜਿੱਤ ਸਕਦੇ ਨੇ, ਉਹ ਬੀਜੇਪੀ ਨੂੰ ਹਾਰਦੀ ਦੇਖ ਕੇ ਕੋਈ ਹਿੰਦੂ ਵੋਟ ਖਿੱਚ ਸਕਦੇ ਸੀ ਜੀ, ਉਹਨਾਂ ਦਾ ਸੌਫਟ ਕਾਰਨਰ ਰਿਹਾ। ਪਰੰਤੂ ਹੁਣ ਆ ਕੇ ਇਹ ਲੱਗ ਰਿਹਾ ਹੈ ਕਿ ਉਹ ਇਸ ਗੱਲ 'ਚ ਕਾਮਯਾਬ ਨਹੀਂ ਹੋਣਗੇ। ਜਿਹੜੀ ਕੱਟੜ ਹਿੰਦੂ ਵੋਟ ਹੋਏਗੀ ਉਹਨੂੰ ਲੱਗੇਗਾ ਕਿ ਬੈਟਰ ਹੋਏਗਾ ਫਿਰ ਆਪਾਂ ਬੀਜੇਪੀ ਨੂੰ ਹੀ ਪਾਈਏ, ਜਾਂ ਦੂਸਰੀ ਆਪਸ਼ਨ ਉਹਨਾਂ ਦੀ ਕਾਂਗਰਸ ਹੋ ਸਕਦੀ ਹੈ, ਅਮਰਿੰਦਰ ਸਿੰਘ ਨਹੀਂ ਹੋ ਸਕਦੇ। ਮੈਨੂੰ ਇਸ ਤਰ੍ਹਾਂ ਲੱਗ ਰਿਹਾ। ਸੋ ਇਸ ਚੋਂ ਕੁੱਲ ਮਿਲਾ ਕੇ ਜੇ ਆਪਾਂ ਇਹ ਕਹੀਏ ਕਿ ਕੁਝ ਸਟੇਟਾਂ ਤਾਂ ਬਹੁਤ ਛੋਟੀਆਂ ਨੇ ਜਿਵੇਂ ਮੀਜ਼ੋਰਮ ਹੈ ਜੀ, ਪਰ ਆ ਜਿਹੜੀਆਂ 3 ਸਟੇਟਾਂ ਨੇ ਯੂਪੀ, ਪੰਜਾਬ ਤੇ ਆਪਣਾ ਉੱਤਰਾਖੰਡ 'ਚ ਸਿੱਧਾ ਕਾਂਗਰਸ ਤੇ ਬੀਜੇਪੀ ਦਾ ਮੁਕਾਬਲਾ ਹੈ। ਉੱਥੇ ਇਸ ਦਾ ਕਾਂਗਰਸ ਨੂੰ ਫਾਇਦਾ ਮਿਲੇਗਾ। ਜੇਕਰ ਇੱਥੇ ਮੁਕਾਬਲਾ ਅਕਾਲੀ ਦਲ ਤੇ ਕਾਂਗਰਸ 'ਚ ਰਹਿੰਦਾ ਹੈ ਤਦ ਇਸ ਦਾ ਫਾਇਦਾ ਕਾਂਗਰਸ ਨੂੰ ਮਿਲੇਗਾ, ਕਿਉਂਕਿ ਅਕਾਲੀ ਦਲ ਦਾ ਜਿਹੜਾ ਬੀਜੇਪੀ ਨਾਲ ਰਲ ਕੇ ਕੰਮ ਕਰਨਾ ਹੈ ਜੀ, ਤੇ ਇਹ ਕਿਹਾ ਜਾਣਾ ਕਿ ਅਮਰਿੰਦਰ ਸਿੰਘ ਨੇ ਵੀ ਅਕਾਲੀ ਦਲ ਨਾਲ ਰਲ ਕੇ ਹੀ ਕੰਮ ਕੀਤਾ, ਬੀਜੇਪੀ ਨੂੰ ਹੀ ਸਪੋਰਟ ਕੀਤਾ। ਹੁਣ ਜਦੋਂ ਅਮਰਿੰਦਰ ਸਿੰਘ ਨਿਕਲ ਗਿਆ ਬਾਹਰ, ਉਹ ਉਸੇ ਕੈਂਪ 'ਚ ਫਿਰ ਚਲਾ ਜਾਏਗਾ, ਤਾਂ ਅਲਟੀਮੇਟਲੀ ਜਿਹੜਾ ਕਾਂਗਰਸ ਦਾ ਨੈਗੇਟਿਵ ਵੋਟ ਹੈ, ਚਾਹੇ ਉਹ ਕਿਸਾਨ ਅੰਦੋਲਨ ਨੇ ਕਾਂਗਰਸ ਬੀਜੇਪੀ ਦੇ ਖਿਲਾਫ ਜਾਂ ਉਹ ਮਹਿੰਗਾਈ ਕਰਕੇ ਬੀਜੇਪੀ ਦੇ ਖਿਲਾਫ ਹੈ, ਅਲਟੀਮੇਟਲੀ ਮੈਨੂੰ ਇਹ ਲੱਗਦਾ ਕਿ ਅੱਜ ਦੇ ਹਾਲਾਤਾਂ 'ਚ ਇਹ ਕਾਂਗਰਸ ਵੱਲ ਪਲਟੂਗਾ ਜੇਕਰ ਆਪ ਪਾਰਟੀ ਬਹੁਤ ਵੱਡੀ ਸਮਰੱਥਾ ਨਾਲ ਚੋਣ 'ਚ ਨਹੀਂ ਦਿਖਾਈ ਦਿੰਦੀ, ਜੋ ਹਾਲੇ ਤੱਕ ਨਹੀਂ ਦਿਖਾਈ ਦੇ ਰਹੀ। ਜੇ ਤਾਂ ਉਹ ਜਿੱਤਣ ਵਾਲੀ ਪਾਰਟੀ ਦਿਖਾਈ ਦੇਵੇਗੀ ਫਿਰ ਤਾਂ ਹੋ ਸਕਦਾ ਹੈ ਬੀਜੇਪੀ ਨੂੰ ਹਰਾਉਣ ਲਈ ਕੋਈ ਵੋਟਰ ਉਧਰ ਚਲੇ ਜਾਣ, ਅਕਾਲੀ ਦਲ ਅਦਰਵਾਈਜ਼ ਨਹੀਂ ਜਾਣ। ਅਕਾਲੀ ਦਲ ਦੇ ਮੇਨ 2 ਇਸ਼ੂ ਨੇ, ਇੱਕ ਤਾਂ ਬੀਜੇਪੀ ਵਾਲਾ ਤੁਸੀਂ ਜ਼ਿਕਰ ਕੀਤਾ, ਦੂਜਾ ਸੈਂਸਿਟਿਵ ਮੁੱਦਾ ਬੇਅਦਬੀ ਕਾਂਡ। ਇਸ ਤੋਂ ਬਾਹਰ ਨਹੀਂ ਅਕਾਲੀ ਦਲ ਹੁਣ ਤੱਕ ਆ ਪਾਇਆ। ਦਿੱਕਤ ਇਹ ਹੈ ਨਾ ਕਿ ਇਹ ਦੋਨੋਂ ਹੀ ਦੋਸ਼ ਅਕਾਲੀ ਦਲ ਤੇ ਲੱਗਦੇ ਨੇ, ਉਹ ਇਹਨੂੰ ਕਲੀਅਰ ਨਹੀਂ ਕਰ ਪਾ ਰਿਹਾ, ਠੀਕ ਹੈ ਨਹੀਂ। ਉਸ ਤੋਂ ਬਾਅਦ ਜਦੋਂ ਕਿਸਾਨਾਂ ਦੇ ਪੱਖ 'ਚ ਬੋਲਦਾ ਬਹੁਤ ਜ਼ੋਰ ਨਾਲ ਹੈ ਹੁਣ, ਪਰੰਤੂ ਇੱਕ ਸਮੇਂ ਜਦੋਂ ਬੋਲਣਾ ਸੀ ਉਦੋਂ ਨਹੀਂ ਬੋਲ ਸਕੇ। ਉਹ ਉੱਥੇ ਕਿਤੇ ਜਿਹੜਾ ਗੈਪ ਰਹਿ ਗਿਆ ਉਹਨੂੰ ਭਰਨੀ ਸ਼੍ਰੋਮਣੀ ਕਰ ਪਾ ਰਿਹਾ, ਭਰਨਾ ਔਖਾ ਹੈ। ਦੂਜਾ ਇਹ ਹੈ ਕਿ ਦੂਜੇ ਉਦੋਂ ਵੱਧ ਹਮਲਾਵਰ ਨੇ, ਹੁਣ ਉਹਨੂੰ ਕਵਰ ਕਰਨ ਨਹੀਂ ਦੇਣਗੇ ਜੋ ਮੈਨੂੰ ਲੱਗ ਰਿਹਾ। ਸੋ ਇਸ ਕਰਕੇ ਅਕਾਲੀ ਦਲ ਨੂੰ ਇੱਥੇ ਮਾਰ ਪੈ ਰਹੀ ਹੈ। ਬਿਲਕੁਲ ਧਾਲੀਵਾਲ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਬੜਾ ਡੀਪਲੀ, ਬੜਾ ਡੂੰਘਾਈ ਦੇ ਵਿੱਚ ਜਾ ਕੇ ਕਿਸਾਨੀ ਅੰਦੋਲਨ ਦਾ ਦਿੱਲੀ ਰਾਹੀਂ ਯੂਪੀ ਤੇ ਹੋਰ ਸਟੇਟਾਂ ਤੇ ਪੰਜਾਬ 'ਚ ਕੀ ਅਸਰ ਰਹੂਗਾ, ਬੜਾ ਤੁਸੀਂ
ਬੇਬਾਕ ਤਰੀਕੇ ਨਾਲ ਅਤੇ ਬਾਖੂਬੀ ਤਰੀਕੇ ਨਾਲ ਸਮਝਾਇਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ। ਦਰਸ਼ਕੋ, ਸਾਡੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਰਣ ਸਿੰਘ ਧਾਲੀਵਾਲ। ਵਿਸ਼ਾ ਸੀ ਅੱਜ ਦਾ ਕਿਸਾਨੀ ਅੰਦੋਲਨ ਦਾ ਦੇਸ਼ ਦੀ ਸਿਆਸਤ ਦੇ ਵਿੱਚ ਜੋ ਪ੍ਰਭਾਵ ਰਹੂਗਾ, ਖਾਸ ਕਰਕੇ ਪੰਜਾਬ ਦੇ ਵਿੱਚ ਜਿੱਥੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ, ਜਿੱਥੇ ਕਿਸਾਨੀ ਅੰਦੋਲਨ ਦੀ ਜੜ ਅੱਜ ਭਾਵੇਂ ਕਿਸਾਨੀ ਅੰਦੋਲਨ ਪੂਰੇ ਦੇਸ਼ ਦੇ ਵਿੱਚ ਫੈਲ ਚੁੱਕਿਆ। ਬਸ ਇਹ ਸੀ ਕਿ ਵੀ ਜੋ ਕਿਸਾਨੀ ਅੰਦੋਲਨ ਦੇ ਅਸਰ ਨੇ ਸਿਆਸਤ ਦੇ ਵਿੱਚ ਕੀ ਰਹਿਣਗੇ, ਕਿੱਥੋਂ ਤੱਕ ਬਦਲ ਦੇਣਗੇ ਇਹ ਭਾਰਤ ਦੀ, ਇੰਡੀਆ ਦੀ ਸਿਆਸਤ ਨੂੰ। ਪਿਛਲੇ ਦਿਨੀ ਪੀ ਸਾਈਨਾਥ ਵੀ ਪੰਜਾਬ ਆਏ ਸੀ, ਉਹ ਵੀ ਕਹਿੰਦੇ ਕਿ ਮੈਂ ਦੁਨੀਆ ਦੇ ਨਜ਼ਰੀਏ ਤੋਂ ਹੁਣ ਹਿੰਦੁਸਤਾਨ ਦੀ ਬਦਲਦੀ ਹੋਈ ਸਿਆਸਤ ਦੇਖ ਰਿਹਾ, ਜਿਹਦੇ 'ਚ ਇੱਕ ਬੜਾ ਵੱਡਾ ਰੋਲ ਕਿਸਾਨੀ ਅੰਦੋਲਨ ਦਾ। 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਹੌਲ ਕਿਹੜੇ ਪਾਸੇ ਕਰਵਟ ਲੈ ਸਕਦਾ, ਜੋ ਜਾਣਕਾਰੀ ਹੋਊਗੀ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ 'ਤੇ। ਧੰਨਵਾਦ।